ਤਾਂ ਕਰਾਮ ਜਨਵਾਰਾ ਨਾਏ ਔਰ ਤੁਮ ਰਾਏ ਰੁਕਾਲੇ ਰਾਏ ਦਵੈ ਪ੍ਰਾਤਾ ਜੋਦਾ ਬੜ ਬਰੀ ਕੁਝ ਰਾਜ ਕਰਤੇ ਬਿਦ ਭਰੀ ਚੌਪਈ ਤਾਂ ਕਰਾਮ ਜਨਵਾਰਾ ਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਸਤਿਗੁਰੂ ਜੀ ਦੀ ਨਦਰ ਦਾ ਸਦਕਾ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਸ਼ਹੀਦ ਨਗਰ ਤਲਣ ਵਿਖੇ ਸੰਧਿਆ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਹਾਜ਼ਰੀਆਂ ਭਰ ਰਹੇ ਹਾਂ। ਸਜੇ ਹੋਏ ਦੀਵਾਨਾਂ ਦੌਰਾਨ ਗੁਰੂ ਕੀ ਬਾਣੀ ਦੇ ਕੀਰਤਨ ਹੋਏ ਹਨ। ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰਾਂ ਦੇ ਅਸਥਾਨਾਂ ਉੱਤੇ ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਦੀ ਸੁੰਦਰ ਕਥਾ ਤੀਨ ਰੂਪ ਹੈ ਮੋਹੇ ਕੇ ਸੁਨਹੁ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੋਹੇ ਸਮਝਾਏ। ਸਤਿਗੁਰੂ ਸਾਹਿਬ ਜੀ ਤਿੰਨ ਸਰੂਪ ਧਾਰਨ ਕਰਦੇ ਹੈ। ਇੱਕ ਤਾਂ ਜੋ ਅਕਾਲ ਪੁਰਖ ਵਾਹਿਗੁਰੂ ਦਾ ਨਿਰਾਕਾਰ ਸਰੂਪ ਹੈ, ਜਿਸ ਨੂੰ ਆਪਾਂ ਨਿਰਗੁਣ ਸਰੂਪ ਕਹਿੰਦੇ ਹਾਂ। ਫਿਰ ਉਸੇ ਹੀ ਨਿਰਗੁਣ ਸਰੂਪ ਤੋਂ ਸਰੀਰਕ ਜਾਮਾ ਧਾਰਨ ਕਰਨਾ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਸਤਿਗੁਰੂ ਸਾਹਿਬ ਜੀ ਦਾ ਸਰਗੁਣ ਸਰੂਪ ਹੈ। ਔਰ ਗੁਰਬਾਣੀ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਦੇ ਜੋ ਆਪਾਂ ਦੀਦਾਰ ਕਰਦੇ ਹਾਂ, ਇਹ ਗੁਰ ਸ਼ਬਦ ਹੈ। ਸਤਿਗੁਰੂ ਸਾਹਿਬ ਜੀ ਵੱਲੋਂ ਸਰਗੁਣ ਸਰੂਪ ਦੇ ਵਿੱਚ ਵਿਚਰਦਿਆਂ ਹੋਇਆਂ ਨਿਰੰਕਾਰੀ ਜੋਤ ਲੈ ਕੇ ਜੋ ਜੋ ਕੌਤਕ ਇਸ ਦੁਨੀਆ ਉੱਤੇ ਵਰਤਾਏ ਗਏ, ਜੋ ਗੁਰ ਸ਼ਬਦ ਸਤਿਗੁਰੂ ਜੀ ਵੱਲੋਂ ਕਥਨ ਕੀਤੇ ਗਏ, ਸਤਿਗੁਰੂ ਦੀ ਬਾਣੀ ਵੀ ਸਾਡੇ ਵਾਸਤੇ ਗੁਰੂ ਹੈ। ਔਰ ਸਤਿਗੁਰੂ ਸਾਹਿਬ ਜੀ ਜੋ ਸਰੀਰਕ ਜਾਮਿਆਂ ਦੇ ਵਿੱਚ ਵਰਤੇ, ਜਿੱਥੇ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ, ਉੱਥੇ ਸਤਿਗੁਰੂ ਜੀ ਵੱਲੋਂ ਸਰਗੁਣ ਸਰੂਪ ਦੇ ਵਿੱਚ ਆ ਮਾਤ ਲੋਕ ਦੇ ਉੱਤੇ ਵਿਚਰਦਿਆਂ ਜਿੰਨੇ ਕੌਤਕ ਕੀਤੇ ਗਏ ਹੈ, ਉਹ ਵੀ ਸਾਡੇ ਲਈ ਪ੍ਰੇਰਣਾਦਾਇਕ ਹਨ। ਸਾਨੂੰ ਉਹਨਾਂ ਤੋਂ ਵੀ ਸੋਝੀ ਮਿਲਦੀ ਹੈ। ਇਸ ਕਰਕੇ ਜਿੱਥੇ ਗੁਰਬਾਣੀ ਪੜ੍ਹਨੀ ਜ਼ਰੂਰੀ ਹੈ, ਉੱਥੇ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕਾਂ ਦੇ ਮੁਤਾਬਿਕ ਆਪਣੇ ਵੱਡੇ ਵਡੇਰਿਆਂ ਦੀਆਂ ਕਥਾ ਕਹਾਣੀਆਂ, ਗੁਰ ਇਤਿਹਾਸ, ਇਹਨੂੰ ਪੜ੍ਹਨਾ, ਇਹਨੂੰ ਸੁਣਨਾ, ਇਹਦੀ ਵਿਚਾਰ ਕਰਨੀ, ਇਹਨੂੰ ਚੇਤੇ ਰੱਖਣਾ, ਇਸ ਤੋਂ ਸੇਧ ਲੈਣੀ, ਇਹ ਜਿਉਂਦੀਆਂ ਕੌਮਾਂ ਦੀ ਨਿਸ਼ਾਨੀ ਹੁੰਦਾ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ, ਉਹ ਦੁਨੀਆ ਦੇ ਉੱਤੋਂ ਗਲਤ ਹਰਫ ਦੀ ਤਰ੍ਹਾਂ ਮਲੀਆ ਮੇਟ ਹੋ ਜਾਂਦੀਆਂ। ਇਸ ਕਰਕੇ ਆਪਾਂ ਬੜੇ ਲੰਮੇ ਸਮੇਂ ਤੋਂ ਆਪਣੇ ਦਸੇ ਹੀ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੀ ਲਿਖਤ ਨੂੰ ਛੰਦਾਬੰਦੀ ਵਿੱਚ ਪਾਠੀ ਸਿੰਘ ਪੜ੍ਹਦੇ ਰਹੇ।
ਦਾਸ ਦੇ ਸਮੇਤ ਹੋਰ ਵੀ ਬੇਅੰਤ ਗੁਰਮੁਖ ਪਿਆਰੇ ਆਪ ਜੀ ਨੂੰ ਇਸ ਦੀ ਵਿਆਖਿਆ ਕਰਕੇ ਇਸ ਨੂੰ ਵਾਰਤਕ ਰੂਪ ਦੇ ਵਿੱਚ ਇਸ ਨੂੰ ਖੋਲ੍ਹ ਕੇ ਸੁਣਾਉਂਦੇ ਰਹੇ ਹਨ। ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਚਲਦਿਆਂ ਕਥਾ ਜਿਹੜੀ ਹੁਣ ਸਮਾਪਤੀ ਵਾਲੇ ਪ੍ਰਸੰਗਾਂ 'ਤੇ ਪਹੁੰਚ ਚੁੱਕੀ ਹੈ। ਕਲਗੀਧਰ ਦਸ਼ਮੇਸ਼ ਪਿਤਾ ਜੀ ਸੱਚਖੰਡ ਪਿਆਨਾ ਕਰ ਚੁੱਕੇ ਹਨ। ਸਤਿਗੁਰੂ ਸਾਹਿਬ ਜੀ ਘੋੜੇ ਉੱਤੇ ਅਸਵਾਰ ਹੋ ਕੇ ਸਣਦੇ ਹੀ ਸੱਚਖੰਡ ਨੂੰ ਗਏ, ਆਪਣੇ ਸਰੀਰ ਦਾ ਓਹਲਾ ਕੀਤਾ ਔਰ ਭਾਵਨਾ ਵਾਲਿਆਂ ਨੂੰ ਉਸ ਵੇਲੇ ਵੀ ਦੀਦਾਰ ਦਿੱਤੇ। ਅੱਜ ਵੀ ਸਤਿਗੁਰੂ ਸਾਹਿਬ ਜੀ ਦੇ ਉੱਤੇ ਜਿਹੜਾ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਉਹਨਾਂ ਨੂੰ ਮੰਨ ਕੇ ਭਾਵਨਾ ਕਰਦਾ ਹੈ, ਉਹਨਾਂ ਭਾਵਨਾ ਵਾਲਿਆਂ ਨੂੰ ਦਰਸ਼ਨ ਦੇ ਦਿੰਦੇ ਹਨ। ਔਰ ਹਜ਼ੂਰ ਸਾਹਿਬ ਦੀ ਧਰਤੀ ਜਿਹੜਾ ਸਤਿਗੁਰੂ ਸਾਹਿਬ ਜੀ ਦਾ ਸਤਿਯੁਗ ਵੇਲੇ ਦਾ ਤਪ ਅਸਥਾਨ ਹੈ, ਜਿਸ ਨੂੰ ਸਤਿਗੁਰੂ ਨੇ ਆਪ ਅਬਚਲ ਨਗਰ ਆਖ ਕੇ ਵਡਿਆਇਆ ਹੈ। ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਉਹ ਅਬਚਲ ਨਗਰ ਨੰਦੇੜ ਸਾਹਿਬ ਦੀ ਧਰਤੀ ਉੱਤੇ ਸਤਿਗੁਰੂ ਸਾਹਿਬ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ ਅਨੇਕਾਂ ਕੌਤਕ ਵਰਤੇ। ਅਨੇਕਾਂ ਲੋਕਾਂ ਨੇ ਆ ਕੇ ਦੱਸਿਆ ਕਿ ਸਾਨੂੰ ਸਤਿਗੁਰੂ ਸਾਹਿਬ ਜੀ ਦੇ ਪ੍ਰਤੱਖ ਰੂਪ ਵਿੱਚ ਦੀਦਾਰ ਵੀ ਹੋਏ, ਸਤਿਗੁਰੂ ਸਾਹਿਬ ਜੀ ਦੇ ਨਾਲ ਬਚਨ ਵੀ ਹੋਏ ਔਰ ਸਤਿਗੁਰੂ ਸਾਹਿਬ ਜੀ ਨੇ ਕਈਆਂ ਨੂੰ ਪ੍ਰਸ਼ਾਦ ਵੀ ਦਿੱਤਾ ਔਰ ਕਈਆਂ ਨੂੰ ਇਹ ਸੁਨੇਹਾ ਭੇਜਿਆ ਕਿ ਜਾ ਕੇ ਸਾਡਾ ਮੈਸੇਜ ਕਨਵੇ ਕਰ ਦਿਓ, ਸਾਡਾ ਸੁਨੇਹਾ ਦੇ ਦਿਓ। ਜਿਹੜੇ ਸਿੰਘ ਹਜ਼ੂਰ ਸਾਹਿਬ ਵਿਖੇ ਸੇਵਾ ਕਰ ਰਹੇ ਹਨ ਕਿ ਅਸੀਂ ਕਿਤੇ ਗਏ ਨਹੀਂ ਹਾਂ, ਭਾਵਨਾ ਰੱਖੋ। ਭਾਵਨਾ ਵਾਲੇ ਜਿੱਥੇ ਕਿਤੇ ਵੀ ਸਾਨੂੰ ਚੇਤੇ ਕਰਦੇ ਹਨ, ਅਸੀਂ ਉੱਥੇ ਹੀ ਉਹਨਾਂ ਦੇ ਹਰ ਜਗ੍ਹਾ ਦੇ ਉੱਤੇ ਸਹਾਈ ਹੁੰਦੇ ਹਾਂ। ਜੰਗਲ ਵਿੱਚੋਂ ਲੱਕੜਾਂ ਦੀ ਸੇਵਾ ਕਰਨ ਵਾਲੇ ਗੁਰੂ ਕੇ ਲੰਗਰ ਵਿੱਚ ਉਸ ਸੇਵਾਦਾਰ ਨੂੰ ਸਤਿਗੁਰੂ ਜੀ ਨੇ ਸੱਚਖੰਡ ਪਿਆਨੇ ਤੋਂ ਬਾਅਦ ਦਰਸ਼ਨ ਦਿੱਤੇ। ਇਸੇ ਤਰ੍ਹਾਂ ਸੰਤ ਰਤਨਦਾਸ ਜੀ ਨੂੰ ਬਾਅਦ ਵਿੱਚ ਦਰਸ਼ਨ ਦਿੱਤੇ, ਹੋਰ ਅਨੇਕਾਂ ਨੂੰ ਦਰਸ਼ਨ ਦਿੱਤੇ। ਇਹ ਤੇ ਕੁਝ ਕੁ ਵਾਰਤਾਵਾਂ ਸਨ ਜਿਹੜੀਆਂ ਸਤਿਗੁਰੂ ਸਾਹਿਬ ਜੀ ਦੇ ਸੱਚਖੰਡ ਪਿਆਨਾ ਕਰਨ ਤੋਂ ਕੁਝ ਕੁ ਦਿਨ ਬਾਅਦ ਦੇ ਵਿੱਚ ਜਿਹੜੀਆਂ ਵਰਤੀਆਂ। ਸਤਿਗੁਰੂ ਸਾਹਿਬ ਜੀ ਨੂੰ ਸੱਚਖੰਡ ਪਿਆਨਾ ਕੀਤਿਆਂ ਹੋਇਆਂ ਬਹੁਤ ਲੰਮਾ ਸਮਾਂ ਹੋ ਗਿਆ ਹੈ। ਉਸ ਤੋਂ ਬਾਅਦ ਦੀ ਜਿਹੜੀ ਘਟਨਾ ਹੈ, ਅੱਜ ਦਾ ਜਿਹੜਾ ਪ੍ਰਸੰਗ ਇਤਿਹਾਸ ਦਾ ਆ ਰਿਹਾ ਹੈ, ਆਪਾਂ ਉਸ ਦਾ ਵਰਣਨ ਕਰਾਂਗੇ, ਰਲ ਮਿਲ ਕੇ ਸਾਂਝਾ ਕਰਾਂਗੇ। ਕਿਵੇਂ ਸਤਿਗੁਰੂ ਸਾਹਿਬ ਜੀ ਆਪਣੇ ਪਿਆਰ ਕਰਨ ਵਾਲੇ ਪਿਆਰਿਆਂ ਦੇ, ਆਪਣੇ ਉੱਤੇ ਸ਼ਰਧਾ ਭਾਵਨਾ ਰੱਖਣ ਵਾਲੇ ਗੁਰਮੁਖਾਂ ਦੇ ਕਾਰਜ ਸਵਾਰਦੇ ਹਨ, ਉਹਨਾਂ ਨੂੰ ਦਰਸ਼ਨ ਦਿੰਦੇ ਹਨ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਤਿਗੁਰੂ ਸੱਚੇ ਪਾਤਸ਼ਾਹ ਐਸੇ ਵੈਦ ਹਨ, ਐਸੇ ਡਾਕਟਰ ਹਨ, ਜਿਹੜੇ ਹਰੀ ਨਾਮ ਦੀ ਦਵਾਈ ਦੇ ਕੇ, ਗੁਰੂ ਕੇ ਸਿੱਖ ਦੇ ਮੁਖ ਦੇ ਵਿੱਚ ਹਰੀ ਨਾਮ ਦੀ ਦਵਾਈ ਪਾ ਕੇ ਸਾਧ ਸੰਗਤ ਜੀ ਦੁਨਿਆਵੀ ਬੰਧਨ ਤਾਂ ਕੱਟਣੇ ਹੀ ਕੱਟਣੇ ਹੈ, ਜਮਾਂ ਦੀਆਂ ਫਾਹੀਆਂ ਵੀ ਕੱਟਣ ਨੂੰ ਸਮਰੱਥ ਹਨ। ਇਹ ਸਾਡੀ ਭਾਵਨਾ ਗੁਰੂ ਸਾਹਿਬ ਦੇ ਉੱਤੇ ਪ੍ਰਪੱਕ ਹੋਵੇ। ਇਸ ਕਰਕੇ ਆਓ, ਜਿਵੇਂ ਅੱਜ ਦਾ ਇਤਿਹਾਸਕ ਪ੍ਰਸੰਗ ਸਾਨੂੰ ਇਹੀ ਸਿੱਖਿਆ ਦਿੰਦਾ ਹੋਇਆ ਆ ਰਿਹਾ ਹੈ, ਬੜੇ ਪਿਆਰ ਬੜੇ ਸਤਿਕਾਰ ਦੇ ਨਾਲ ਵਿਚਾਰੀਏ। ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਤਾਂ ਗ੍ਰਾਮ ਜਨਵਾਰਾ ਨਾਈ। ਹਜ਼ੂਰ ਸਾਹਿਬ ਦੀ ਧਰਤੀ ਤੋਂ, ਨੰਦੇੜ ਸਾਹਿਬ ਦੀ ਧਰਤੀ ਤੋਂ ਜਦੋਂ ਆਪਾਂ ਕਰਨਾਟਕ ਸਟੇਟ ਦੇ ਵਿੱਚ ਦਾਖਲ ਹੁੰਦੇ ਹਾਂ, ਕਰਨਾਟਕ ਰਾਜ ਦੇ ਵਿੱਚ, ਬਿਦਰ ਤੋਂ 6 ਮੀਲ ਪਾਸੇ ਨੂੰ ਸਾਧ ਸੰਗਤ ਜੀ ਇੱਕ ਨਗਰ ਆਉਂਦਾ ਹੈ। ਹੈਦਰਾਬਾਦ ਦੇ ਨਿਜ਼ਾਮ ਦੇ ਅਧੀਨ ਇਹ ਨਗਰ ਉਸ ਵੇਲੇ ਹੈ ਸੀ, ਜਿਸ ਦਾ ਨਾਮ ਜਨਵਾਰਾ ਨਗਰ ਹੈ। ਜਨਵਾਰਾ ਜਾਂ ਜਨਵਾੜਾ ਨਗਰ, ਇਹ ਮਾਤਾ ਭਾਗ ਕੌਰ ਜੀ ਦਾ ਤਪ ਅਸਥਾਨ ਵੀ ਹੈ। ਮਾਤਾ ਭਾਗ ਕੌਰ ਜੀ ਜਿਹੜੇ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ ਲੜਦਿਆਂ ਗੰਭੀਰ ਜ਼ਖਮੀ ਹੋ ਗਏ ਸਨ। ਸਤਿਗੁਰੂ ਜੀ ਤੋਂ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਨ ਉਪਰੰਤ ਸਤਿਗੁਰੂ ਜੀ ਦੇ ਨਾਲ ਹੀ ਨੰਦੇੜ ਸਾਹਿਬ ਦੱਖਣ ਵੱਲ ਨੂੰ ਚਲੇ ਗਏ ਸਨ।
ਸਤਿਗੁਰੂ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ ਮਾਤਾ ਭਾਗ ਕੌਰ ਜੀ ਇਸ ਜਨਵਾੜੇ ਨਗਰ ਦੇ ਵਿੱਚ ਰਹੇ ਹੈ। ਸੋ ਇਹ ਜਿਹੜਾ ਜਨਵਾੜਾ ਨਗਰ ਹੈ ਉਸ ਇਲਾਕੇ ਵਿੱਚ ਬੇਦਰ ਕਰਨਾਟਕ ਦੇ ਇਲਾਕੇ ਵਿੱਚ ਸਥਿਤ ਹੈ। ਤਮ ਰਾਏ ਰੁਬਾਲੇ ਰਾਈ। ਇੱਥੋਂ ਦੇ ਦੋ ਛੋਟੇ ਰਾਜੇ ਕਹਿ ਲਓ, ਛੋਟੇ ਚੌਧਰੀ ਕਹਿ ਲਓ, ਇਲਾਕੇ ਦੇ ਮਾਲਕ ਰੁਸਤਮ ਰਾਏ ਅਤੇ ਬਾਲਾ ਰਾਏ, ਇਹ ਦੋ ਭਰਾ ਸਨ। ਦੁਇ ਭਰਾਤਾ ਜੋਧਾ ਬੜ ਬਲੀ। ਦੋਵੇਂ ਭਰਾ ਬੜੇ ਯੋਧੇ ਸੀ ਤੇ ਬੜੇ ਬਲ ਵਾਲੇ ਸੂਰਮੇ ਸਨ, ਬੜੇ ਬਲੀ ਸੀ। ਇਹਨਾਂ ਦੇ ਸਾਹਮਣੇ ਇਹ ਮਰਾਠਾ ਰਾਜ ਦੇ ਮਰਹਟੇ ਜਿਹੜੇ ਆ ਉਹ ਟਿਕ ਨਹੀਂ ਸਕਦੇ ਸਨ। ਹਾਲਾਂਕਿ ਮਰਾਠਾ ਕੌਮ ਨੂੰ ਬਹੁਤ ਬਹਾਦਰ ਮੰਨਿਆ ਗਿਆ ਹੈ, ਪਰ ਇਹ ਜਿਹੜੇ ਰੁਸਤਮ ਰਾਏ ਤੇ ਬਾਲਾ ਰਾਓ ਹੈ ਇਹ ਬੜੇ ਬਲੀ, ਬੜੇ ਯੋਧੇ ਭਰਾ ਸਨ ਦੋਵੇਂ। ਕੁਝ ਰਾਜ ਕਰਤੇ ਬਿਦ ਭਰੀ। ਕੁਝ ਇੱਕ ਰਾਜ ਸੀ ਇਹਨਾਂ ਦਾ, ਇੱਕ ਦੋ ਪਿੰਡਾਂ ਦੇ ਵਿੱਚ ਇਹਨਾਂ ਦਾ ਹੁਕਮ ਚੱਲਦਾ ਸੀ, ਕਿਉਂਕਿ ਪੁਰਾਤਨ ਸਮੇਂ ਵਿੱਚ ਆ ਡੈਮੋਕ੍ਰੇਸੀ, ਲੋਕਤਾਂਤਰਿਕ ਸਿਸਟਮ ਨਹੀਂ ਹੁੰਦਾ ਸੀ। ਉਸ ਵੇਲੇ ਜਿਸ ਦਾ ਜਿੰਨੀ ਜਗ੍ਹਾ ਦੇ ਉੱਤੇ ਕਬਜ਼ਾ ਹੈ ਉੱਥੋਂ ਦੇ ਲੋਕ ਉਹਨਾਂ ਨੂੰ ਮਾਲੀਆ ਦਿੰਦੇ, ਹਾਲਾ ਭਰਦੇ, ਟੈਕਸ ਦਿੰਦੇ। ਇਹ ਉਹਨਾਂ ਦਾ ਹੁਕਮ ਉਸ ਇਲਾਕੇ ਵਿੱਚ ਚੱਲਦਾ ਸੀ। ਦੇਸ਼ ਮਰਾਠਾ ਕੋ ਨਿਤ ਲੁਟੈ। ਔਰ ਮਰਾਠਿਆਂ ਦਾ ਜਿਹੜਾ ਇਹ ਦੇਸ਼ ਸੀ, ਮਰਾਠਿਆਂ ਦਾ ਮਹਾਰਾਸ਼ਟਰ ਦਾ ਦੇਸ਼ ਜਿਹੜਾ ਇਲਾਕਾ, ਇਸ ਨੂੰ ਨਿੱਤਾ ਪ੍ਰਤੀ ਧਨੀ ਲੋਕਾਂ ਨੂੰ ਜਾ ਕੇ ਇਹ ਲੁੱਟਦੇ ਮਾਰਦੇ ਸਨ। ਜੋ ਲਰ ਪਰੈ ਤੁਰਤ ਦਿਸ ਕੁਟੈ। ਜਿਹੜਾ ਤਾਂ ਕੋਈ ਧਨੀ ਬੰਦਾ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਹੀ ਧਨ ਦੇ ਦਿੰਦਾ, ਉਹ ਤੋਂ ਧਨ ਲੈ ਕੇ ਆ ਜਾਂਦੇ। ਜਿਹੜਾ ਅੱਗੇ ਇਹਨਾਂ ਦੇ ਅੜਦਾ, ਇਹਨਾਂ ਨਾਲ ਲੜ ਪੈਂਦਾ, ਉਹਨੂੰ ਤੁਰੰਤ ਹੀ ਕੁੱਟਮਾਰ ਕਰ ਸੁੱਟਦੇ ਸਨ। ਭਲੀ ਧਾਕ ਡਰ ਸਗਰੇ ਮਾਨੈ। ਇਹਨਾਂ ਦੀ ਧਾਕ ਬੜੀ ਪਈ ਹੋਈ ਸੀ ਇਲਾਕੇ ਵਿੱਚ, ਸਾਰੇ ਲੋਕ ਇਹਨਾਂ ਦਾ ਸਿੱਕਾ ਮੰਨਦੇ ਸਨ। ਹਰਿ ਨ ਕੋ ਧਨ ਗਣਿਆਨੈ। ਕੋਈ ਵੀ ਇਹਨਾਂ ਦੇ ਅੱਗੇ ਅੜਦਾ ਨਹੀਂ ਸੀ। ਜਿੰਨੇ ਅਮੀਰ ਲੋਕ ਸੀ ਇਹਨਾਂ ਨੂੰ ਆਪ ਸਗੋਂ ਆ ਕੇ ਧਨ ਭੇਟ ਕਰ ਦਿੰਦੇ ਸਨ, ਔਰ ਗਰੀਬਾਂ ਦੇ ਇਹ ਬੜੇ ਪੱਖੀ ਸਨ, ਹਮੈਤੀ ਸਨ, ਉਹਨਾਂ ਵਿੱਚ ਧਨ ਵੰਡ ਵੀ ਦਿੰਦੇ ਸਨ, ਅਮੀਰਾਂ ਤੋਂ ਲੁੱਟਦੇ ਸਨ। ਸੋ ਬਾਲਾ ਰਾਓ ਤੇ ਰੁਸਤਮ ਰਾਓ ਦੀ ਇੰਨੀ ਧਾਕ ਸੀ ਕਿ ਇਲਾਕੇ ਦੇ ਧਨੀ ਅਮੀਰ ਲੋਕ ਜਿਹੜੇ ਇਹਨਾਂ ਦੀ ਅਧੀਨਗੀ ਪ੍ਰਵਾਨ ਕਰਦੇ ਹੋਏ ਇਹਨਾਂ ਨੂੰ ਬਹੁਤੀ ਮਾਇਆ ਦਿੰਦੇ ਸਨ। ਜਿਨ ਪਰ ਚੜਿਓ ਮਰਾਠਾ ਰਾਏ। ਇੱਕ ਵਾਰ ਕੀ ਹੋਇਆ ਕਿ ਇਸ ਇਲਾਕੇ ਦਾ ਜਿਹੜਾ ਮਰਾਠਾ ਰਾਜਾ ਸੀ ਉਸ ਨੇ ਇਹਨਾਂ ਦੇ ਛੋਟੇ ਜਿਹੇ ਕਿਲੇ ਉੱਤੇ ਚੜ੍ਹਾਈ ਕਰ ਦਿੱਤੀ, ਇਹਨਾਂ ਉੱਤੇ ਚੜ੍ਹ ਕੇ ਆ ਗਿਆ ਸਮੂਹ ਲਾਗ ਇਕੱਠੀ ਕਰ ਲਿਆਏ। ਤੇ ਬਹੁਤ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਸੈਨਾ ਫੌਜ ਸੀ ਇਕੱਠੀ ਕਰਕੇ ਲੈ ਆਇਆ। ਤਿਨ ਕੇ ਸੰਗ ਜੰਗ ਬਹੁ ਭਏ। ਔਰ ਇਹ ਰੁਸਤਮ ਰਾਓ ਤੇ ਬਾਲਾ ਰਾਓ ਦੇ ਨਾਲ ਭਾਰੀ ਜੰਗ ਹੋਇਆ। ਢੇਰ ਭਰਾਤ ਦੋਨੋਂ ਗਹਿਲੇ। ਥੋੜੇ ਸੂਰਮੇ ਸੀ ਇਹਨਾਂ ਦੇ ਨਾਲ, ਥੋੜੇ ਬੰਦੇ ਸੀ, ਇਸ ਕਰਕੇ ਇਹਨਾਂ ਦੇ ਕਿਲੇ ਦੇ ਵਿੱਚ ਇਹਨਾਂ ਨੂੰ ਘੇਰ ਲਿਆ। ਖਰੀ ਕੈਦ ਸੰਗਲ ਪੱਗ ਡਾਰੇ। ਇਹਨਾਂ ਨੂੰ ਗ੍ਰਿਫਤਾਰ ਕਰ ਲਿਆ, ਸੰਗਲਾਂ ਨਾਲ ਬੰਨ੍ਹ ਕੇ ਲੈ ਗਏ। ਬਿਕਮ ਦੁਰਗ ਸਤਾਰੇ। ਔਰ ਜਾ ਕੇ ਇਹਨਾਂ ਨੂੰ ਕੈਦ ਕਿੱਥੇ ਕੀਤਾ ਗਿਆ, ਕਿੱਥੇ ਸੁੱਟਿਆ ਗਿਆ ਕੈਦ ਵਿੱਚ? ਗੇਰੇ ਬੇਖਮ ਸੋ ਦੁਰਗ ਸਤਾਰੇ। ਸਤਾਰੇ ਦਾ ਜਿਹੜਾ ਸਤਾਰਾ ਸ਼ਹਿਰ ਸੀ, ਪੂਨਾ ਸਤਾਰਾ, ਸਤਾਰੇ ਦੇ ਕਿਲੇ ਦੇ ਵਿੱਚ ਇਹਨਾਂ ਨੂੰ ਲਿਜਾ ਸੁੱਟਿਆ ਗ੍ਰਿਫਤਾਰ ਕਰਕੇ। ਜੈ ਪੰਛੀ ਭੀ ਜਾਏ ਨ ਸਕੈ। ਔਰ ਜਿਹੜੇ ਕਿਲੇ ਵਿੱਚ, ਸਤਾਰੇ ਦੇ ਕਿਲੇ ਵਿੱਚ ਇਹਨਾਂ ਨੂੰ ਦੋਵਾਂ ਭਰਾਵਾਂ ਨੂੰ, ਰੁਸਤਮ ਰਾਓ ਬਾਲਾ ਰਾਓ ਨੂੰ ਕੈਦ ਕੀਤਾ ਹੋਇਆ ਸੀ, ਉਹਦੇ ਵਿੱਚ ਸਖਤਾਈ ਇੰਨੀ ਸੀ, ਸੁਰੱਖਿਆ ਦੇ ਪ੍ਰਬੰਧ ਇੰਨੇ ਪੁਖਤਾ ਸਨ ਕਿ ਉੱਥੇ ਜਾ ਕੇ ਕੋਈ ਪੰਛੀ ਵੀ ਅੰਦਰ ਨਿਗਾਹ ਨਹੀਂ ਮਾਰ ਸਕਦਾ ਸੀ। ਮੈਕਸੀਮਮ ਸਿਕਿਉਰਿਟੀ ਜੇਲ੍ਹ ਕਹਿ ਲਓ ਸੀ। ਬਹੁਤ ਭਾਰੀ ਸੁਰੱਖਿਆ ਵਾਲੀ ਜੇਲ੍ਹ ਦੇ ਵਿੱਚ, ਸਤਾਰੇ ਦੇ ਦੁਰਗ ਵਿੱਚ, ਸਤਾਰੇ ਦੇ ਕਿਲੇ ਵਿੱਚ ਦੋਵੇਂ ਭਰਾਵਾਂ ਨੂੰ, ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਕੈਦ ਕਰ ਦਿੱਤਾ ਗਿਆ। ਮਾਨਸ ਬਪਰਾ ਕਿਆ ਤਿਸ ਤਕੈ। ਜਿੱਥੇ ਪੰਛੀ ਪਰ ਨਹੀਂ ਮਾਰ ਸਕਦਾ ਸੀ, ਉੱਥੇ ਮਨੁੱਖ ਜਾ ਕੇ ਕੀ ਦੇਖ ਸਕਦਾ ਸੀ ਕਿ ਕੌਣ ਕੈਦ ਕੀਤਾ ਹੋਇਆ ਹੈ। ਦੇਵ ਸੰਤ ਕੋ ਪੀਰ ਮਨਾਏ। ਹੁਣ ਇਹ ਜਿਹੜੇ ਡਾਕੂ ਕਿਸਮ ਦੇ ਲੋਕ ਜਾਂ ਰਾਜੇ ਲੋਕ ਹੁੰਦੇ ਆ ਨਾ, ਇਹਨਾਂ ਦੀ ਸ਼ਰਧਾ ਭਾਵਨਾ ਵੀ ਬਹੁਤ ਹੁੰਦੀ ਹੈ। ਆਮ ਹੀ ਆਪਾਂ ਅਖਬਾਰਾਂ ਦੇ ਵਿੱਚ, ਟੀਵੀ ਚੈਨਲਾਂ ਦੇ ਉੱਤੇ ਆ, ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ,
ਜੀ ਆ ਫਲਾਣਾ ਵਜ਼ੀਰ ਫਲਾਣੇ ਬਾਬੇ ਦੇ ਮੱਥਾ ਟੇਕੀ ਜਾਂਦਾ। ਆ ਹੁਣ ਤਾਂ ਨਾਲੇ ਆ ਵੋਟਾਂ ਦਾ ਸੀਜ਼ਨ ਹੈ, ਉਹ ਜਿਹੜੇ ਬਾਬੇ ਕਦੇ ਕਿਤੇ ਸੁਣੇ ਗਿਣੇ ਵੀ ਨਹੀਂ ਹੁੰਦੇ ਨਾ, ਉਹਨਾਂ ਦੇ ਵੀ ਜਾ ਕੇ ਆ ਸਾਡੇ ਪੰਥਕ ਕਹਾਉਣ ਵਾਲੇ ਵੀ ਜਾ ਕੇ ਉਹਨਾਂ ਦੇ ਪੈਰੀਂ ਡਿੱਗਦੇ ਆ, ਦੂਜਿਆਂ ਨੇ ਤਾਂ ਡਿੱਗਣਾ ਹੀ ਡਿੱਗਣਾ। ਮਸਲਾ ਵੋਟਾਂ ਦਾ ਨਾ, ਕੋਈ ਬਾਬਾ ਨਹੀਂ ਛੱਡਦੇ, ਕੋਈ ਪਖੰਡੀ ਦਾ ਡੇਰਾ ਨਹੀਂ ਛੱਡਦੇ ਵੀ ਜਿੱਥੇ ਜਾ ਕੇ ਨਾ ਉਹਨਾਂ ਦੇ ਜਾ ਕੇ ਲੇਲੜੀਆਂ ਕੱਢਣ ਵੀ ਸਾਨੂੰ ਵੋਟਾਂ ਪਵਾ ਦਿਓ। ਦੂਜੀਆਂ ਤੀਜੀਆਂ ਪਾਰਟੀਆਂ ਦੀ ਗੱਲ ਛੱਡੋ, ਪੰਥ ਦੇ ਨਾਂ ਦੇ ਉੱਤੇ ਵੋਟਾਂ ਮੰਗਣ ਵਾਲੇ ਵੀ ਉਹਨਾਂ ਦੇ ਜਾ ਕੇ ਬਾਬਿਆਂ ਦੇ ਪੈਰਾਂ ਦੇ ਵਿੱਚ ਬਹਿੰਦੇ ਆ। ਸੋ ਇਹ ਕੁਦਰਤੀ ਹੈ ਵੀ ਰਾਜਨੀਤਿਕ ਲੋਕਾਂ ਨੂੰ ਜਾਂ ਜਿਹੜੇ ਲੋਕਾਂ ਵਿੱਚ ਜਾਣੇ ਪਛਾਣੇ ਜਾਣ ਵਾਲੀਆਂ ਸ਼ਖਸੀਅਤਾਂ ਹੁੰਦੀਆਂ, ਉਹਨਾਂ ਨੂੰ ਹਰ ਵਰਗ ਦੇ ਲੋਕਾਂ ਦੀ ਲੋੜ ਵੀ ਹੁੰਦੀ ਹੈ। ਬਾਕੀ ਇਹ ਇਹਨਾਂ ਦੀ ਸ਼ਰਧਾ ਭਾਵਨਾ ਵੀ ਹੁੰਦੀ ਹੈ। ਇਹ ਇੱਕ ਦੇ ਉੱਤੇ ਸ਼ਰਧਾ ਭਾਵਨਾ ਨਹੀਂ ਰੱਖ ਸਕਦੇ ਹੁੰਦੇ, ਚਾਹੇ ਤਾਂ ਉਹਨਾਂ ਦੀ ਰਾਜਨੀਤਿਕ ਮਜਬੂਰੀ ਕਹਿ ਲਓ, ਉਹਨਾਂ ਦਾ ਖੋਟਾਪਣ ਕਹਿ ਲਓ, ਤੇ ਚਾਹੇ ਅਗਿਆਨਤਾ ਕਹਿ ਲਓ। ਇਹ ਰੁਸਤਮ ਰਾਓ ਤੇ ਬਾਲਾ ਰਾਓ ਜਿਹੜੇ ਸੀ, ਇਹਨਾਂ ਦੀ ਵੀ ਸ਼ਰਧਾ ਭਾਵਨਾ ਸੀ। ਇਹਨਾਂ ਨੇ ਬਹੁਤ ਸਾਰੇ ਸੰਤਾਂ ਨੂੰ, ਬਹੁਤ ਸਾਰੇ ਪੀਰਾਂ ਨੂੰ, ਦੇਵੀ ਦੇਵਤਿਆਂ ਨੂੰ ਮਨਾਇਆ, ਬੜੀਆਂ ਅਰਦਾਸਾਂ ਕੀਤੀਆਂ ਕਿ ਸਾਨੂੰ ਆ ਜਿਹੜੀ ਕੈਦ ਦੇ ਵਿੱਚ ਅਸੀਂ ਸਤਾਰੇ ਦੇ ਕਿਲੇ ਦੀ ਕੈਦ ਵਿੱਚ ਹੈ, ਇੱਥੋਂ ਬੰਦ ਖਲਾਸੀ ਕਰਾ ਦਿਓ, ਸਾਨੂੰ ਇੱਥੋਂ ਕਢਾਓ। ਹੋਏ ਨਾ ਤਿਨਕੋ ਸਕਿਓ ਛੁਡਾਏ। ਪਰ ਸਾਧ ਸੰਗਤ ਜੀ ਕੋਈ ਵੀ ਇਹਨਾਂ ਨੂੰ ਛੁਡਾ ਨਾ ਸਕਿਆ, ਕਿਉਂਕਿ ਹਰ ਕੋਈ ਸਮਰੱਥਤਾ ਨਹੀਂ ਹੁੰਦਾ ਨਾ। ਗੁਰੂ ਪੀਰ ਕਹਾ ਲੈਣਾ ਉਹ ਵੱਖਰੀ ਗੱਲ ਹੈ, ਤੇ ਹੋਣਾ ਉਹ ਵੱਖਰੀ ਗੱਲ ਹੈ। ਹੁਣ ਸਾਰੇ ਬੰਦੀ ਛੋੜ ਥੋੜ੍ਹੀ ਬਣ ਜਾਣਗੇ ਜੇ ਛੇਵੇਂ ਪਾਤਸ਼ਾਹ ਬੰਦੀ ਛੋੜ ਆ, ਜਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਾਂ ਬੰਦੀ ਛੋੜ ਦਾਤਾ ਕਹਿੰਦੇ ਹਾਂ, ਜਿਨ੍ਹਾਂ ਨੇ ਬਾਬਰ ਦੀ ਕੈਦ ਵਿੱਚੋਂ ਕਿੰਨੇ ਕੈਦੀਆਂ ਨੂੰ ਛੁਡਾ ਦਿੱਤਾ, ਚੱਕੀਆਂ ਆਪਣੇ ਆਪ ਚੱਲਣ ਲੱਗ ਪਈਆਂ। ਹਰ ਕੋਈ ਇੰਨੀ ਸਮਰੱਥਾ ਦਾ ਮਾਲਕ ਥੋੜ੍ਹੀ ਹੋ ਸਕਦਾ। ਇਹ ਤਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਨਾਨਕ ਦਾ ਘਰ ਹੈ ਜਿੱਥੇ ਬੰਦ ਖਲਾਸੀ ਭਾਣੇ ਹੋਏ, ਉਹਦੇ ਭਾਣੇ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਬੰਦ ਖਲਾਸੀ ਹੋ ਜਾਂਦੀ ਹੈ। ਗੁਰ ਕਾਟੀ ਬੇੜੀ ਪਗਹਿ, ਕਾਟੀ ਬੇੜੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ। ਇਹ ਸਤਿਗੁਰੂ ਸਾਹਿਬ ਜੀ ਹੈ ਜਿਹੜੇ ਬੇੜੀਆਂ ਕੱਟ ਸਕਦੇ ਆ, ਪ੍ਰਤੱਖ ਵੀ ਤੇ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਜਿਹੜੀਆਂ ਬੇੜੀਆਂ ਪਾਪਾਂ ਦੀਆਂ ਸਾਡੇ ਕਰਮ ਰੂਪੀ ਬੇੜੀਆਂ ਪਈਆਂ ਹੋਈਆਂ, ਉਹਨਾਂ ਨੂੰ ਵੀ ਕੱਟਣ ਦੇ ਸਮਰੱਥ ਜੇ ਕੋਈ ਹੈ ਤੇ ਉਹ ਗੁਰੂ ਨਾਨਕ ਦਾ ਘਰ ਹੈ। ਇਹਨਾਂ ਨੇ ਪੀਰ ਫਕੀਰ ਬਹੁਤ ਮਨਾਏ, ਬੜਿਆਂ ਦੀ ਮਾਨਤਾ, ਬੜਿਆਂ ਦੀ ਪੂਜਾ ਕੀਤੀ, ਬੜਿਆਂ ਦੀਆਂ ਅਰਦਾਸਾਂ ਕੀਤੀਆਂ, ਮੰਨਤਾਂ ਮੰਗੀਆਂ, ਪਰ ਕੋਈ ਵੀ ਇਹਨਾਂ ਨੂੰ ਛੁਡਾ ਨਾ ਸਕਿਆ। ਰਛਕ ਦੁਰਗ ਸਿੰਘ ਵਿੱਚ ਏਕ। ਕੁਦਰਤੀ ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ, ਕੋਈ ਨਾ ਕੋਈ ਢੋਹ ਟਕਾਉਂਦਾ ਹੈ। ਸਾਧਨ ਕੀ ਬਣਿਆ ਇਹਨਾਂ ਦੇ ਇਸ ਕੈਦ ਦੇ ਵਿੱਚੋਂ ਰਿਹਾ ਹੋਣ ਦਾ। ਜਿਸ ਕਿਲੇ ਵਿੱਚ ਇਹ ਕੈਦ ਸਨ, ਕੁਦਰਤੀ ਉਸ ਕਿਲੇ ਦੇ ਵਿੱਚ ਇੱਕ ਗੁਰੂ ਕਾ ਸਿੱਖ, ਬਾਣੀ ਬਾਣੇ ਦਾ ਧਾਰਨੀ, ਗੁਰੂ ਚਰਨਾਂ ਨਾਲ ਜੁੜਿਆ ਹੋਇਆ ਪਹਿਰੇਦਾਰ ਦੀ ਨੌਕਰੀ ਕਰਦਾ ਸੀ। ਗੁਰਬਾਣੀ ਨਿਤ ਪੜ੍ਹੈ ਵਿਵੇਕ। ਬੜਾ ਵਿਵੇਕੀ ਸੀ, ਗਿਆਨਵਾਨ ਸੀ ਇਹ ਗੁਰੂ ਕਾ ਸਿੱਖ। ਬੜੇ ਵਿਵੇਕ ਬੁੱਧੀ ਦੇ ਸਹਿਤ ਨੇਤਾ ਪ੍ਰਤੀ ਗੁਰਬਾਣੀ ਦਾ ਜਾਪ ਕਰਦਾ ਸੀ। ਪਹਿਰਾ ਦੇਵ ਗਿਰਾ ਗੁਰ ਭਨੈ। ਪਹਿਰਾ ਵੀ ਦਿੰਦਾ ਹੈ ਤੇ ਨਾਲ ਨਾਲ ਸਤਿਗੁਰੂ ਸਾਹਿਬ ਜੀ ਦੀ ਗੁਰਬਾਣੀ ਵੀ ਪੜ੍ਹਦਾ ਹੈ। ਨਾਮਾ ਕਹੈ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ, ਚੀਤ ਨਰੰਜਨ ਨਾਲ। ਹੱਥੀਂ ਪੈਰੀ ਕੰਮ ਕਰਨਾ ਤੇ ਚਿੱਤ ਨੂੰ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਰੱਖਣਾ, ਉਹਦੀ ਯਾਦ ਵਿੱਚ ਜੁੜੇ ਰਹਿਣਾ, ਬਾਣੀ ਪੜ੍ਹਦੇ ਰਹਿਣਾ ਮੁੱਖ ਤੋਂ। ਇਹ ਗੁਰੂ ਕੇ ਸਿੱਖ ਵਾਸਤੇ ਹੁਕਮ ਹੈ। ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਦਾ ਉਪਦੇਸ਼ ਸਤਿਗੁਰੂ ਨੇ ਸਾਨੂੰ ਦਿੱਤਾ ਹੈ। ਰਹਿਣਾ ਗੁਰੂ ਕੇ ਸਿੱਖਾ ਤੂੰ ਜੱਗ ਵਿੱਚ ਹੈ, ਜੁੜਿਆ ਰੱਬ ਵਿੱਚ ਰਹਿਣਾ ਹੈ। ਵਿਚਰੇਂਗਾ ਤੂੰ ਸੰਸਾਰ ਵਿੱਚ, ਜੁੜਿਆ ਰਹੇਂਗਾ ਨਿਰੰਕਾਰ ਵਿੱਚ। ਐਸੀ ਅਵਸਥਾ ਬਣਾ ਕੇ ਰੱਖਣੀ ਹੈ। ਕੰਨਾਂ ਦੇ ਨਾਲ ਗੁਰੂ ਕੀ ਬਾਣੀ ਸੁਣਦੇ ਰਹਿਣਾ, ਮੁਖ ਤੋਂ ਗੁਰੂ ਕੀ ਬਾਣੀ ਦਾ ਉਚਾਰਨ ਕਰਦੇ ਰਹਿਣਾ, ਹੱਥ ਪੈਰ ਕਾਰ ਵੱਲ ਤੇ ਚਿੱਤ ਨਿਰੰਕਾਰ ਵੱਲ ਲਾ ਕੇ ਰੱਖਣਾ ਹੈ ਗੁਰੂ ਕੇ ਸਿੱਖ ਨੇ ਹਮੇਸ਼ਾ ਹੀ। ਸਾਡੇ ਵਾਸਤੇ ਤਾਂ ਹੁਕਮ ਹੈ
ਕਿ ਜਦੋਂ ਰਸਤੇ ਵਿੱਚ ਵੀ ਜਾਂਦੇ ਹੋਈਏ ਦੁਨਿਆਵੀ ਗੱਲਾਂ ਨਹੀਂ ਕਰਨੀਆਂ, ਗੱਡੀ ਚਲਾਉਂਦੇ ਆ, ਪੈਦਲ ਤੁਰੇ ਜਾਂਦੇ ਆ, ਕਿਸੇ ਨਾਲ ਦੇ ਸਾਥੀ ਦੇ ਨਾਲ ਸਫ਼ਰ ਵਿੱਚ ਹੈ, ਲੋੜੀਂਦੀ ਗੱਲਬਾਤ ਕਰੋ, ਨਹੀਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਾਰਗ ਚਲਤ ਹਰੇ ਹਰ ਗਾਈਐ। ਰਸਤੇ ਜਾਂਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਜਾਣਾ। ਇਹ ਨਹੀਂ ਵੀ ਘਰੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਦਰਸ਼ਨ ਕਰਨ ਲਈ ਨਿਕਲੇ, ਨਾਲ ਹੀ ਬਾਹਰ ਨਿਕਲਦਿਆਂ ਨੂੰ ਗੁਆਂਢੀ ਮਿਲ ਗਿਆ, ਉਹਦੇ ਨਾਲ ਸਾਰੇ ਪਿੰਡ ਦੀਆਂ ਚੁਗਲੀਆਂ ਗੁਰਦੁਆਰੇ ਤੱਕ ਆਉਂਦਿਆਂ ਕਰ ਦਿੱਤੀਆਂ। ਇੱਥੇ 10 ਮਿੰਟ ਬੈਠੇ ਆਪਣੇ ਆਪ ਨੂੰ ਬੜਾ ਜੀ ਅਸੀਂ ਮਹਾਰਾਜ ਦੇ ਦਰਸ਼ਨ ਕਰ ਆਏ, ਸੰਗਤ ਕਰ ਆਏ, ਕਥਾ ਕੀਰਤਨ ਸੁਣ ਆਏ, ਉੱਠ ਕੇ ਪ੍ਰਸ਼ਾਦ ਲੈਣ ਸਾਰ ਫੇਰ ਉੱਥੋਂ ਹੀ ਸ਼ੁਰੂ ਹੋ ਗਿਆ ਘਰ ਤੱਕ ਫੇਰ ਲੋਕਾਂ ਦੀ ਨਿੰਦਾ ਚੁਗਲੀ ਕਰਦੇ ਜਾਣਾ। ਉਹ ਯਾਤਰਾ ਸਫਲ ਨਹੀਂ ਹੁੰਦੀ। ਉਹ ਗੁਰੂ ਦੇ ਦਰ ਦੇ ਉੱਤੇ ਆਉਣਾ ਸਫਲ ਉਹ ਹੁੰਦਾ ਹੈ, ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਆਉਣਾ ਜਾਣਾ ਸਾਧ ਸੰਗਤ ਦੇ ਵਿੱਚ ਮਿਲਾਪ ਹੀ ਹੋਵੇ ਸਾਡਾ ਜਿਹੜਾ ਆਉਣ ਜਾਣਾ ਹੈ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਜੇ ਦੋ ਵੀ ਹੈ ਨਾ, ਦੋਵੇਂ ਆਪਸ ਵਿੱਚ ਜੁੜ ਕੇ ਗੁਰੂ ਦੀ ਵਡਿਆਈ ਕਰੀਏ ਤੇ ਸਾਧ ਸੰਗਤ ਬਣ ਜਾਂਦੀ ਆ। ਇਕੱਲਾ ਸਿੱਖ ਹੈ, ਦੋ ਜੁੜ ਜਾਣ ਸਾਧ ਸੰਗਤ ਹੈ। ਜਿੱਥੇ 5 ਗੁਰੂ ਕੇ ਸਿੱਖ ਤਿਆਰ ਬਰ ਤਿਆਰ ਹੋਣ, ਉਹਨਾਂ ਵਿੱਚ ਪਰਮੇਸ਼ਰ ਦਾ ਵਾਸਾ ਹੈ, ਵਿੱਚ ਸੰਗਤ ਹਰ ਪ੍ਰਭ ਵਸਾ ਹੈ ਜੀਓ। ਘਰੋਂ ਚੱਲੀਏ, ਗੱਡੀ ਵਿੱਚ ਬੈਠੀਏ, ਗੁਰਦੁਆਰੇ ਨੂੰ ਆਈਏ, ਕਿਸੇ ਵੀ ਨਗਰ ਤੋਂ ਚੱਲ ਕੇ ਆਏ ਹਾਂ, ਰਸਤੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆਈਏ। ਇੱਕ ਨੁਕਤਾ ਸੁਣੋ ਜ਼ਰੂਰ, ਜਿਹੜੇ ਅਰਦਾਸਾਂ ਕਰਾਉਣ ਵਾਸਤੇ ਆਉਂਦੇ ਹੋ, ਸਤਿਗੁਰੂ ਪਾਤਸ਼ਾਹ ਦੇ ਇਸ ਦਰ ਦੇ ਉੱਤੇ ਮਨੋਕਾਮਨਾਵਾਂ ਲੈ ਕੇ ਆਉਂਦੇ ਹੋ, ਜੇ ਚਾਹੁੰਦੇ ਹੋ ਕਿ ਸਾਡੀ ਅਰਦਾਸ ਵਾਕਈ ਕਬੂਲ ਹੋ ਜਾਵੇ, ਸਾਡੀ ਭਾਵਨਾ ਜਿਹੜੀ ਹੈ ਗੁਰੂ ਚਰਨਾਂ ਦੇ ਵਿੱਚ ਮੰਨੀ ਜਾਵੇ, ਅਰਦਾਸ ਬੇਨਤੀ ਸਾਡੀ, ਸਾਡੇ ਮਨੋਰਥ ਪੂਰੇ ਹੋ ਜਾਣ, ਅਤੇ ਸਭ ਤੋਂ ਜਿਹੜਾ ਸ੍ਰੇਸ਼ਟ ਤਰੀਕਾ, ਬੈਸਟ ਤਰੀਕਾ, ਘਰ ਤੋਂ ਚੱਲੋ ਜਦੋਂ ਭਾਵਨਾ ਸ਼ੁੱਧ ਰੱਖ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਆਓ। ਇੱਥੇ ਵੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੋ, ਕਥਾ ਕੀਰਤਨ ਸੁਣੋ, ਅਰਦਾਸ ਬੇਨਤੀ ਕਰਵਾਓ, ਅਤੇ ਜਾਣ ਵੇਲੇ ਵੀ ਕਿਸੇ ਹੋਰ ਦੀ ਗੱਲ ਨਾ ਕਰੋ, ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ। ਗੁਰੂ ਕੇ ਚਰਨਾਂ ਵਿੱਚ ਧਿਆਨ ਨੂੰ ਜੋੜ ਕੇ ਰੱਖੋ, ਸਤਿਗੁਰੂ ਸਭ ਦੀ ਭਾਵਨਾ ਪੂਰੀ ਕਰਨਗੇ ਭਾਈ। ਸੋ ਇਹ ਗੁਰੂ ਕੇ ਸਿੱਖ ਵਾਸਤੇ ਹਦਾਇਤ ਹੈ। ਕੰਮਕਾਰ ਕੋਈ ਵੀ ਕਰੇ, ਮਨ ਉਹਦਾ ਵਾਹਿਗੁਰੂ ਵੱਲ ਜੁੜਿਆ ਰਹਿਣਾ ਚਾਹੀਦਾ। ਹੱਥ ਪੈਰ ਕਾਰ ਵੱਲ, ਚਿੱਤ ਨਿਰੰਕਾਰ ਵੱਲ ਹਮੇਸ਼ਾ ਜੁੜੇ ਰਹਿਣ। ਇਹ ਗੁਰੂ ਕਾ ਸਿੱਖ ਜਿਸ ਦਾ ਨਾਮ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਨਹੀਂ ਲਿਖਿਆ, ਹੋਰਨਾਂ ਇਤਿਹਾਸਕ ਗ੍ਰੰਥਾਂ ਵਿੱਚ ਭਾਈ ਰਤਨ ਸਿੰਘ ਲਿਖਿਆ ਇਹਨਾਂ ਦਾ ਨਾਮ, ਜਿਹੜੇ ਪਹਿਰੇਦਾਰ ਦੀ ਡਿਊਟੀ ਕਰਦੇ ਸੀ। ਭਾਈ ਰਤਨ ਸਿੰਘ ਆਪਣੀ ਡਿਊਟੀ ਵੀ ਨਿਭਾਉਂਦਾ, ਪਹਿਰੇਦਾਰੀ ਵੀ ਕਰਦਾ ਹੈ, ਅਤੇ ਮੁੱਖ ਤੋਂ ਹਮੇਸ਼ਾ ਗੁਰੂ ਕੀ ਬਾਣੀ ਪੜ੍ਹਦਾ ਰਹਿੰਦਾ ਹੈ। ਬਾਲੇ ਰਾਏ ਸ਼੍ਰਵਣ ਦੇ ਸੁਣੈ। ਇਹ ਜਿਹੜਾ ਬਾਲਾ ਰਾਓ ਹੈ, ਇਹਨੇ ਇੱਕ ਦਿਨ ਕੰਨ ਦੇ ਕੇ ਸੁਣਿਆ ਵੀ ਗੁਰੂ ਕਾ ਸਿੱਖ ਕੀ ਪੜ੍ਹਦਾ ਹੈ। ਉਸ ਵੇਲੇ ਪੁੱਛਣ ਦੇ ਵਾਸਤੇ ਇਹਨੇ ਇਹ ਗੱਲ ਆਖੀ। ਕਹਿਣ ਲੱਗਾ, ਭਾਈ ਪਹਿਰੇਦਾਰਾ, ਤੂੰ ਕਿਹਦੀ ਬਾਣੀ, ਕਿਹਦੀ ਕਲਾਮ, ਕਿਹਦਾ ਮੰਤਰ ਪੜ੍ਹਦਾ ਰਹਿੰਦਾ ਹੈ ਹਰ ਵੇਲੇ। ਉਸ ਵੇਲੇ ਸਿੰਘ ਨੇ ਸੁਣ ਕੇ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਦੱਸੀ। ਇਹ ਵੀ ਗੁਰੂ ਕੇ ਸਿੱਖ ਵਾਸਤੇ ਹੁਕਮ ਹੈ। ਜਿੱਥੇ ਵੀ ਗੁਰੂ ਕੀ ਵਡਿਆਈ ਕਰਨ ਦਾ ਸਮਾਂ ਮਿਲੇ ਨਾ, ਉੱਥੇ ਗੁਰੂ ਕੀ ਵਡਿਆਈ ਹਮੇਸ਼ਾ ਕਰਨੀ ਚਾਹੀਦੀ ਹੈ। ਕਈ ਵਾਰ ਅਸੀਂ ਦੁਨਿਆਵੀ ਗੱਲਾਂ ਤਾਂ ਬਹੁਤ ਕਰ ਲੈਂਦੇ ਹਾਂ, ਪਰ ਗੁਰੂ ਦੀ ਗੱਲ ਬਹੁਤ ਘੱਟ ਕਰਦੇ ਹਾਂ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰੂ ਨੂੰ ਵੱਡਾ ਕਰਕੇ ਹੀ ਸਲਾਹੁਣਾ ਚਾਹੀਦਾ। ਕਿਉਂ? ਕਿਉਂਕਿ ਉਹ ਵਾਹਿਗੁਰੂ ਵੱਡੀਆਂ ਵਡਿਆਈਆਂ ਦਾ ਮਾਲਕ ਹੈ। ਐਵੇਂ ਅਸੀਂ ਬਿਨਾਂ ਗੱਲ ਤੋਂ ਵਧਾ ਚੜ੍ਹਾ ਕੇ ਸਤਿਗੁਰੂ ਸਾਹਿਬ ਬਾਰੇ ਨਹੀਂ ਕੁਝ ਵੀ ਕਹਿੰਦੇ। ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਵਡਿਆਈਆਂ ਦੇ ਮਾਲਕ ਹੈ, ਉਹਨਾਂ ਵਡਿਆਈਆਂ ਨੂੰ ਗੁਰੂ ਕਾ ਸਿੱਖ ਕਥਨ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਸਾਰੀਆਂ ਹੀ ਵਡਿਆਈਆਂ, ਕਿਹੜੀ ਕਿਹੜੀ ਵਡਿਆਈ ਦਾ, ਸਤਿਗੁਰੂ ਦੀ ਮਹਿਮਾ ਦਾ ਕਥਨ ਕਰੀਏ। ਬੇਅੰਤ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦੀਆਂ ਬਾਤਾਂ। ਗੁਰੂ ਕੇ ਸਿੱਖ ਨੂੰ ਜਦੋਂ ਪੁੱਛਿਆ ਕਿ ਗੁਰੂ ਪਹਿਰੇਦਾਰਾ, ਤੂੰ ਕਿਹੜਾ ਮੰਤਰ ਪੜ੍ਹਦਾ, ਕਿਹੜਾ ਕਲਾਮ ਪੜ੍ਹਦਾ, ਕਿਹੜੀ ਬਾਣੀ ਪੜ੍ਹਦਾ ਰਹਿੰਦਾ ਹੈ ਸਾਰਾ ਦਿਨ, ਤਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਪ੍ਰਗਟ ਕਰਦਿਆਂ ਹੋਇਆਂ
ਗੁਰੂ ਕੇ ਸਿੱਖ ਨੇ ਦੱਸਿਆ। ਬੰਦ ਖਲਾਸੀ ਸਮਕੋ ਨਹੀਂ। ਕਹਿਣ ਲੱਗਾ ਜੀ ਮੇਰੇ ਗੁਰੂ ਦੇ ਬਚਨ ਹਨ, ਬੰਦ ਖਲਾਸੀ ਭਾਣਾ ਹੋਏ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬਕਾਰ ਤੇ ਹਟੈ। ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਦੇ ਬੰਧਨ ਕੱਟ ਦਿੰਦੇ ਹੈ। ਗੁਰੂ ਕਾ ਸਿੱਖ ਵਿਕਾਰਾਂ ਵੱਲੋਂ ਹਟ ਜਾਵੇ, ਸਤਿਗੁਰ ਸੱਚੇ ਪਾਤਸ਼ਾਹ ਉਹਦੀਆਂ ਭਾਵਨਾਵਾਂ ਪੂਰੀਆਂ ਕਰਦੇ ਆ, ਸ਼ਰਧਾ ਭਾਵਨਾ ਲੈ ਕੇ ਆਵੇ। ਔਰ ਜਿਹੜੀ ਮੈਂ ਅਰਦਾਸ ਕਰਦਾ ਅਨੰਨਤਾ ਪ੍ਰਤੀ ਸਤਿਗੁਰੂ ਦੇ ਚਰਨਾਂ ਵਿੱਚ, ਇਹਦਾ ਭਾਵ ਵੀ ਇਹੀ ਹੈ ਕਿ ਸਾਡੇ ਸਤਿਗੁਰੂ ਸਾਹਿਬ ਜੀ ਹਰ ਜਗ੍ਹਾ ਦੇ ਉੱਤੇ ਸਹਾਇਕ ਹੁੰਦੇ ਹੈ। ਅਰਦਾਸ ਦੀ ਪਹਿਲੀ ਪੌੜੀ ਦੇ ਅਰਥ ਕਰਕੇ ਗੁਰੂ ਕੇ ਸਿੱਖ ਨੇ ਦੱਸੇ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ, ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਗੁਰੂ ਤੇਗ ਬਹਾਦਰ ਜੀ ਦਾ ਸਿਮਰਨ ਕਰਨ ਦੇ ਨਾਲ ਸਿਮਰਿਆ, ਰਾਰੇ ਨੂੰ ਸਿਹਾਰੀ ਦੇ ਨਾਲ। ਔਰ ਇਹ ਵੀ ਬੇਨਤੀ ਦਾਸ ਕਰੇ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਸਾਡੀ ਅਰਦਾਸ ਦਾ ਪ੍ਰਥਮ ਭਾਗ ਹੈ, ਪਹਿਲਾ ਭਾਗ ਹੈ, ਮੁੱਖ ਬੰਦ ਹੈ। ਇਹ ਗੁਰੂ ਕੀ ਬਾਣੀ ਹੈ, ਇਹਦੇ ਵਿੱਚ ਫੇਰ ਬਦਲ ਨਹੀਂ ਕੀਤਾ ਜਾ ਸਕਦਾ। ਕਈ ਵਾਰੀ ਅਸੀਂ ਅਣਜਾਣਪੁਣੇ ਵਿੱਚ ਜਾਂ ਆਪਣੇ ਵੱਲੋਂ ਬਹੁਤੀ ਸ਼ਰਧਾ ਭਾਵਨਾ ਦਿਖਾਉਂਦਿਆਂ ਹੋਇਆਂ ਇਹ ਅਰਦਾਸ ਦੇ ਸ਼ਬਦਾਂ ਨੂੰ ਅੱਗੇ ਪਿੱਛੇ ਕਰ ਦਿੰਦੇ ਆ। ਵਿਸ਼ੇਸ਼ ਕਰਕੇ ਪਹਿਲੀ ਪੌੜੀ ਦੇ ਨਾਲ ਬਿਲਕੁਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਜਿਵੇਂ ਲਿਖਿਆ ਉਸੇ ਤਰ੍ਹਾਂ ਬੋਲਣਾ ਹੈ। ਕਈ ਵਾਰ ਸਾਨੂੰ ਲੱਗਦਾ ਹੈ ਵੀ ਅਮਰਦਾਸ ਇਕੱਲਾ ਹੀ ਲਿਖ ਦਿੱਤਾ, ਗੁਰੂ ਅਮਰਦਾਸ ਜੀ ਨਹੀਂ ਲਿਖਿਆ, ਅਤੇ ਅਸੀਂ ਆਪਣੇ ਵੱਲੋਂ ਸ਼ਬਦ ਲਾਉਣ ਲੱਗ ਪੈਂਦੇ ਹਾਂ। ਫਿਰ ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ। ਗੁਰਬਾਣੀ ਵਿੱਚ ਕੋਈ ਵੀ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਜਿਵੇਂ ਲਿਖੀ ਹੈ ਉਸੇ ਤਰ੍ਹਾਂ ਉਚਾਰਨ ਕਰਨੀ ਹੈ। ਅੱਖਰ ਲਿਖੇ ਸਹੀ ਗਾਵਾ, ਵਰਨਾ ਜਾਣਾ ਬਾਣੀ। ਜਿਵੇਂ ਇਹ ਅਰਦਾਸ ਦੀ ਪਹਿਲੀ ਪੌੜੀ ਹੈ ਉਸੇ ਤਰੀਕੇ ਨਾਲ ਅਰਦਾਸ ਕਰਨੀ ਚਾਹੀਦੀ ਹੈ। ਸੰਖੇਪ ਅਰਦਾਸ ਵੀ ਜਦੋਂ ਕਰੀਏ ਤਾਂ ਅਰਦਾਸ ਕਰਨ ਵੇਲੇ ਘੱਟੋ ਘੱਟ ਇਹ ਪਹਿਲੀ ਪੌੜੀ ਜ਼ਰੂਰ ਪੜ੍ਹਨੀ ਚਾਹੀਦੀ ਆ। ਔਰ ਉਸ ਤੋਂ ਬਾਅਦ ਫਿਰ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਕਹਿ ਕੇ ਅਗਾਂਹ ਜੋ ਜਿਸ ਪ੍ਰਯੋਜਨ ਵਾਸਤੇ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ, ਇਹ ਸੰਪੂਰਨ ਅਰਦਾਸ ਕਰਨੀ ਚਾਹੀਦੀ ਹੈ। ਸੋ ਭਾਈ ਰਤਨ ਸਿੰਘ ਨੇ ਇਹ ਬਾਲਾ ਰਾਏ ਨੂੰ, ਰੁਸਤਮ ਰਾਏ ਨੂੰ ਪਹਿਲੀ ਪੌੜੀ ਦੇ ਅਰਥ ਕਰਕੇ ਦੱਸੇ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੇ ਕੋਈ ਸਿਮਰਨ ਕਰਦਾ ਨਾ, 9 ਨਿਧੀਆਂ 18 ਸਿੱਧੀਆਂ ਧਾ ਕੇ ਦੌੜ ਕੇ ਉਹਦੇ ਘਰ ਆ ਜਾਂਦੀਆਂ। ਕਿਉਂਕਿ ਸਤਿਗੁਰੂ ਜੀ ਦੇ ਤਾਂ ਹੱਥ ਦੀ ਤਲੀ ਦੇ ਉੱਤੇ ਰੱਖਿਆ ਹੋਇਆ ਨਾ ਸਭ ਕੁਝ। ਮੈਂ ਗੁਰੂ ਕਾ ਸਿੱਖ ਮੇਰੇ ਤੋਂ ਮੰਗੇ, ਕਿਤੇ ਮੈਨੂੰ ਦਿੰਦਿਆਂ ਦੇਰੀ ਨਾ ਹੋ ਜਾਵੇ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਕਰ ਨਾਮ ਹੱਥ ਦਾ ਅਤੇ ਤਲ ਨਾਮ ਤਲੀ ਦਾ। ਹੱਥ ਦੀ ਤਲੀ ਉੱਤੇ ਸਤਿਗੁਰੂ ਜੀ ਰੱਖੀ ਬੈਠੇ ਹੈ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਸਾਡੇ ਸਤਿਗੁਰੂ ਸਾਹਿਬ ਜੀ ਨੂੰ ਜਿੱਥੇ ਕੋਈ ਯਾਦ ਕਰਦਾ ਹੈ ਉੱਥੇ ਹੀ ਸਹਾਇਤਾ ਕਰਦੇ ਆ, ਉੱਥੇ ਹੀ ਸਹਾਇਕ ਹੁੰਦੇ ਆ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਤਰ੍ਹਾਂ ਦੇ ਬੰਧਨ ਕੱਟ ਦਿੰਦੇ ਆ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਦੁਨਿਆਵੀ ਬੰਧਨਾਂ ਦੀ ਗੱਲ ਕੀ ਹੈ? ਸਤਿਗੁਰੂ ਸਾਹਿਬ ਤਾਂ ਜਮਾਂ ਦੀਆਂ ਫਾਹੀਆਂ ਕੱਟਣ ਦੇ ਸਮਰੱਥ ਹੈ। ਜਦੋਂ ਆਹ ਅਰਥ ਕਰਕੇ ਗੁਰੂ ਕੇ ਸਿੱਖ ਨੇ, ਭਾਈ ਰਤਨ ਸਿੰਘ ਨੇ ਰੁਸਤਮ ਰਾਓ, ਬਾਲਾ ਰਾਓ ਨੂੰ ਸਮਝਾਇਆ, ਦੱਸਿਆ। ਦੁਰਗ ਗਵਾਲੀਅਰ ਮੈਂ ਨਿਰਪਕੈਦ। ਇਹ ਜਿਹੜੇ ਰਾਜੇ ਰੁਸਤਮ ਰਾਓ ਤੇ ਬਾਲਾ ਰਾਓ ਇਸ ਕਿਲੇ ਦੇ ਵਿੱਚ ਕੈਦ ਸੀ, ਉਹਨਾਂ ਨੂੰ ਦੱਸ ਰਹੇ ਹੈ ਸਤਿਗੁਰੂ ਦੀ ਮਹਿਮਾ। ਕਹਿੰਦੇ ਭਾਈ 6ਵੇਂ ਪਾਤਸ਼ਾਹ ਸਾਡੇ ਹੋਏ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਗਵਾਲੀਅਰ ਦੇ ਕਿਲੇ ਦੇ ਵਿੱਚ 52 ਰਾਜੇ ਜਿੱਥੇ ਕੈਦ ਸਨ, ਜਿਨ੍ਹਾਂ ਦੇ ਜਿਉਂਦੇ ਜੀ ਛੁੱਟਣ ਦੀ ਕੋਈ ਉਮੀਦ ਨਹੀਂ ਸੀ, ਕੋਈ ਉਮੀਦ ਨਹੀਂ ਸੀ, ਕੋਈ ਕਿਆਸ ਨਹੀਂ ਸੀ ਕੀਤਾ ਜਾ ਸਕਦਾ ਕਿ ਇਹ
ਗਵਾਲੀਅਰ ਦੇ ਕਿਲੇ ਦੀ ਕੈਦ ਦੇ ਵਿੱਚੋਂ ਕਦੇ ਰਿਹਾ ਹੋ ਸਕਣਗੇ। ਅਸ ਰਾਜੇ ਰਜਪੂਤ ਛੁਡਾਈ। ਐਸੇ ਜਿਹੜੇ ਰਾਜਪੂਤ ਰਾਜੇ ਸੀ 52 ਰਾਜੇ, ਉਹ ਸਾਡੇ ਛੇਵੇਂ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲਾ ਪਹਿਨ ਕੇ ਉਹਨਾਂ ਦੀ ਬੰਦ ਖਲਾਸੀ ਕਰਾ ਦਿੱਤੀ ਸੀ, ਕੈਦ ਵਿੱਚੋਂ ਰਿਹਾ ਕਰਵਾਏ ਸਨ ਬੰਦੀ ਛੋੜ ਦਾਤੇ ਨੇ। ਸੁੰਦਰੇ ਜੈ ਕੈ ਭਏ ਸਾਈ। ਔਰ ਸਾਡੇ ਸਤਿਗੁਰੂ ਸਾਹਿਬ ਜੀ ਨੂੰ ਜਿੱਥੇ ਕਿਤੇ ਵੀ ਕੋਈ ਸਿਮਰਦਾ ਅੱਜ ਵੀ ਸਿਮਰੇ ਉੱਥੇ ਉਹਦੀ ਸਹਾਇਤਾ ਕਰਦੇ ਹਨ। ਸ੍ਰੀ ਗੋਬਿੰਦ ਸਿੰਘ ਗੁਰੂ ਵਡੇਰਾਏ। ਉਹਨਾਂ ਦੇ ਪੋਤਰੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਡੇ ਵੱਡੇ ਗੁਰੂ ਹਨ। ਅਵਚਰ ਨਗਰ ਥਾਨ ਜਨ ਕੀਰਾ। ਜਿਨ੍ਹਾਂ ਦਾ ਥਾਨ, ਜਿਨ੍ਹਾਂ ਦਾ ਅਸਥਾਨ ਅਬਚਲ ਨਗਰ ਨੰਦੇੜ ਸਾਹਿਬ ਇੱਥੋਂ ਨੇੜੇ ਹੀ ਹੈ। ਦਸਵੇਂ ਪਾਤਸ਼ਾਹ ਸੋ ਭਏ। ਉਹ ਸਾਡੇ 10ਵੇਂ ਪਾਤਸ਼ਾਹ ਹੋਏ ਹੈ। 10 ਜਾਮਿਆਂ ਵਿੱਚ ਗੁਰਜੋਤ ਵਰਤੀ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿ ਕੇ ਅਸੀਂ ਉਹਨਾਂ ਨੂੰ ਚੇਤੇ ਕਰਦੇ ਹਾਂ। ਸਿੰਘ ਪੰਥ ਜਗ ਮੈਂ ਨਿਰਮਏ। ਔਰ ਉਹਨਾਂ ਨੇ ਇਸ ਸੰਸਾਰ ਦੇ ਵਿੱਚ, ਇਸ ਜਹਾਨ ਵਿੱਚ, ਇਸ ਦੁਨੀਆ ਵਿੱਚ, ਇਸ ਜਗਤ ਦੇ ਵਿੱਚ ਸਿੰਘਾਂ ਦਾ ਪੰਥ ਪੈਦਾ ਕੀਤਾ ਹੈ, ਖਾਲਸਾ ਪੰਥ ਪ੍ਰਗਟ ਕੀਤਾ ਹੈ। ਇੱਕ ਪਠਾਨ ਤੈ ਜਾਏ ਨਿਹਾਰਾ। ਜਦੋਂ ਇਹ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸੀ, ਉਸ ਵੇਲੇ ਇੱਕ ਪਠਾਨ, ਇੱਕ ਤੁਰਕ, ਇੱਕ ਮੁਸਲਮਾਨ ਇਹਨਾਂ ਦੇ ਕੋਲ ਪਹੁੰਚਿਆ। ਜਾ ਕੇ ਦੇਖਿਆ, ਸੁਣਿਆ ਉਸਨੇ। ਸੁਨ ਤਿਸਨੇ ਗੁਰੂ ਸੁਜਾ ਸੁਚਾਰਾ। ਜਦੋਂ ਸਤਿਗੁਰੂ ਜੀ ਦੀ ਮਹਿਮਾ ਹੁੰਦੀ ਸੁਣੀ ਉਹਨੇ, ਤੇ ਉਹਨੇ ਵੀ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕੀਤੀ, ਸਤਿਗੁਰੂ ਦੀ ਸਰਵਤਾ ਕੀਤੀ। ਸੋ ਗੁਰ ਬਡੋ ਬਹਾਦਰ ਹੀਰਾ। ਕਹਿਣ ਲੱਗਾ ਜੀ 10ਵੇਂ ਪਾਤਸ਼ਾਹ ਦੀ ਗੱਲ ਕਰਦੇ ਹੋ? ਕਹਿੰਦਾ ਜੀ ਮੈਂ ਦਰਸ਼ਨ ਕੀਤੇ ਆ ਉਹਨਾਂ ਦੇ, ਉਹ ਤਾਂ ਬੜੇ ਬਹਾਦਰ ਯੋਧੇ ਸਤਿਗੁਰੂ ਹਨ। ਅਨੰਦਪੁਰ ਕੀਰਾ। ਕਿਉਂਕਿ ਆਨੰਦਪੁਰ ਸਾਹਿਬ ਦੇ ਵਿੱਚ ਜੰਗ ਹੋਈ, ਚਮਕੌਰ ਸਾਹਿਬ ਵਿੱਚ ਜੰਗ ਹੋਈ, ਉਹਨਾਂ ਜੰਗਾਂ ਦੇ ਵਿੱਚ ਮੈਂ ਆਪਣੇ ਅੱਖੀਂ ਤੱਕਿਆ ਹੈ। ਤਾਂ ਤੀਰ ਕਰ ਜੋਰ ਪ੍ਰਹਾਰੀ। ਉੱਥੇ ਜਿਹੜੇ ਉਹਨਾਂ ਨੇ ਆਪਣੇ ਬਲ ਦੇ ਨਾਲ ਤੀਰਾਂ ਦੇ ਵਾਰ ਕੀਤੇ। 10,000 ਅਲਮਾਰੀ। ਐਡੇ ਬਲੀ ਸੂਰਮੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ। ਪਠਾਨ ਕਹਿੰਦਾ ਇੱਕ ਇੱਕ ਤੀਰ ਨੂੰ 10-10 ਹਜ਼ਾਰ ਫੌਜ ਦੇ ਵਿੱਚੋਂ ਕੱਢ ਦਿੰਦੇ ਸਨ। ਕਰਾਮਾਤ ਕੋ ਧਨੀ ਦਸਾਲਾ। ਕਿਆ ਬਾਤਾਂ ਨੇ ਉਹਨਾਂ ਦੀਆਂ। ਕਹਿੰਦਾ ਕਰਾਮਾਤ ਦੇ ਵਿੱਚ ਤਾਂ ਬੜੇ ਧਨੀ ਹਨ, ਬਹੁਤ ਮਹਾਨ ਹਨ। ਜੋ ਚਿਤ ਚੈਨ ਸੋ ਕਰਨੇ ਵਾਲਾ। ਔਰ ਜੋ ਚਿਤਵਨੀ ਹੈ ਉਹਨਾਂ ਦੇ ਮਨ ਦਾ ਮਨੋਰਥ ਹੈ, ਉਹੀ ਕਰਨ ਵਾਲੇ ਹੈ, ਉਹੀ ਪੂਰਾ ਕਰ ਦਿੰਦੇ ਹਨ। ਦਵੈ ਦਵੈ ਕੋਸ ਤੀਰ ਅਰ ਘਾਈ। ਔਰ ਸਤਿਗੁਰੂ ਦੀ ਤੀਰ ਅੰਦਾਜ਼ੀ ਕਹਿੰਦਾ ਮੈਂ ਤੱਕੀ ਹੈ, 2-2 ਕੋਹ ਤੱਕ ਤੀਰ ਦਾ ਨਿਸ਼ਾਨਾ ਲਾ ਦਿੰਦੇ ਹਨ। 10 ਲੱਖ ਸੋ ਜੰਗ ਮਚਾਈ। ਔਰ ਐਸਾ ਬਲੀ ਸੂਰਮਾ ਮੈਂ ਨਹੀਂ ਦੁਨੀਆ ਵਿੱਚ ਤੱਕਿਆ। ਪਠਾਨ ਕਹਿੰਦਾ 10 ਲੱਖ ਫੌਜ ਚੜ੍ਹ ਕੇ ਉਹਨਾਂ ਤੇ ਗਈ ਚਮਕੌਰ ਦੀ ਗੜੀ ਵਿੱਚ। 10-10 ਲੱਖ ਫੌਜ ਦਾ ਉਹਨਾਂ ਨੇ ਮੁਕਾਬਲਾ ਥੋੜ੍ਹਿਆਂ ਜਿਹਾ ਨੇ ਮੁੱਠੀ ਭਰ ਸਿੱਖਾਂ ਨੇ ਕੀਤਾ। ਐ ਸਿੰਘ ਕਿਆ ਨਰ ਕੀ ਬੰਦਾ। ਉਸ ਵੇਲੇ ਗੁਰੂ ਕਾ ਸਿੰਘ ਭਾਈ ਰਤਨ ਸਿੰਘ ਕਹਿਣ ਲੱਗਾ, ਕਹਿੰਦੇ ਭਾਈ ਆ ਮਨੁੱਖਾਂ ਦੀ ਜਿਹੜੀ ਬੰਦੀ ਹੈ, ਮਨੁੱਖਾਂ ਦੀ ਜਿਹੜੀ ਕੈਦ ਹੈ, ਕਿਸੇ ਬੰਦੇ ਨੇ ਜਿਹੜੇ ਕੈਦ ਕੀਤੇ ਹੋਏ ਲੋਕ ਆ ਉਹਨਾਂ ਦੀ ਤਾਂ ਕਿਹੜੀ ਗੱਲ ਹੈ। ਜਨ ਬਾਸੀ ਕੋ ਦੇ ਤਨ ਕੰਦਾ। ਸਾਡੇ ਸਤਿਗੁਰੂ ਜੀ ਤਾਂ ਇਹੋ ਜਿਹੇ ਮਹਾਨ ਹੈ, ਜਮਾਂ ਦੀ ਫਾਹੀ ਵੀ ਕੱਟ ਕੇ ਮੁਕਤ ਕਰ ਦਿੰਦੇ ਹਨ। ਬਾਲੇ ਰਾਏ ਸੁਣੀ ਚਤਲਾਈ। ਉਸ ਵੇਲੇ ਬਾਲਾ ਰਾਏ ਜਿਹੜਾ ਰਾਜਾ ਸੀ, ਉਹਨੇ ਬੜਾ ਚਿੱਤ ਲਾ ਕੇ, ਬੜਾ ਧਿਆਨ ਲਾ ਕੇ, ਬੜੀ ਸ਼ਰਧਾ ਦੇ ਨਾਲ ਇਹ ਗੱਲਬਾਤ ਸੁਣੀ। ਸ਼ਰਧਾਵਤੀ ਕਯੋ ਕਰ ਭਾਈ। ਮਨ ਵਿੱਚ ਸ਼ਰਧਾ ਹੋਰ ਵੀ ਵੱਧ ਗਈ। ਔਰ ਆਪਣੇ ਭਾਈ, ਆਪਣੇ ਭਰਾ ਨੂੰ, ਰੁਸਤਮ ਰਾਓ ਨੂੰ ਕਹਿਣ ਲੱਗਾ, ਕਰੋ ਸਿੰਘ ਜੀ ਉਠ ਅਰਦਾਸ। ਆਪਣੇ ਭਰਾ ਨੂੰ ਨਾਲ ਲੈ ਕੇ ਨਾ ਉਸ ਵੇਲੇ ਇਹ ਕਹਿਣ ਲੱਗਾ ਭਾਵਨਾ ਦੇ ਨਾਲ ਕਿ ਸਿੰਘ ਜੀ, ਭਾਈ ਰਤਨ ਸਿੰਘ ਜੀ, ਮੇਰੀ ਵੀ ਅਰਦਾਸ ਕਰ ਦਿਓ ਹਮਰੀ ਬੰਦ ਖਲਾਸ। ਤਾਂ ਕਿ ਤੁਹਾਡੇ ਸਤਿਗੁਰੂ ਜੀ ਸਾਡੀ ਵੀ ਬੰਦ ਖਲਾਸੀ ਕਰ ਦੇਣ, ਸਾਨੂੰ ਵੀ ਆ ਕੈਦ ਵਿੱਚੋਂ ਮੁਕਤ ਕਰਾ ਦੇਣ। ਗੁਰਕੇ ਪਗ ਪੰਕਜ ਬਹੁ ਸਿਮਾ। ਮੈਂ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬੰਦੀ ਛੋੜ ਸਤਿਗੁਰੂ ਜੀ ਦੇ ਚਰਨਾਂ ਦੀ ਬਹੁਤ ਸੇਵਾ ਕਰਾਂਗਾ। ਪੰਚਾਮ੍ਰਿਤ ਉਪਾਇਨ ਦੇਵਾਂ। ਮੈਂ ਬਹੁਤ ਸਾਰਾ ਕੜਾਹ ਪ੍ਰਸ਼ਾਦ ਤੇ ਹੋਰ ਭੇਟਾਵਾਂ ਅਰਪਣ ਕਰਾਂਗਾ ਉਹਨਾਂ ਦੇ ਅਸਥਾਨ ਦੇ ਉੱਤੇ। ਸੁਨਤ ਸਿੰਘ ਕੀਨੀ ਅਰਦਾਸ। ਉਸ ਵੇਲੇ ਸਿੰਘ ਨੇ ਇਹਨਾਂ ਦੀ ਬੇਨਤੀ ਸੁਣ ਕੇ
ਭਾਵਨਾ ਦੇ ਨਾਲ ਭਿੱਜ ਕੇ ਇਹਨਾਂ ਦੋਵਾਂ ਦੀ ਅਰਦਾਸ ਕਰ ਦਿੱਤੀ। ਸਿਮਰਨ ਲਗਿਓ ਨਾਮ ਸੁਖਰਾਸ। ਨਾਲ ਇਹਨਾਂ ਨੂੰ ਵਾਹਿਗੁਰੂ ਮੰਤਰ ਦ੍ਰਿੜ ਕਰਵਾ ਦਿੱਤਾ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਮੰਤਰ ਐਸਾ ਮੰਤਰ ਹੈ ਭਾਈ ਜਿਹਦੇ ਨਾਲ ਹਉਮੈ ਦੇ ਬੰਧਨ ਕੱਟੇ ਜਾਂਦੇ ਆ, ਤੇ ਦੁਨਿਆਵੀ ਬੰਧਨ ਤਾਂ ਕੱਟੇ ਜਾਣੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ, ਕਿਉਂਕਿ ਹਉਮੈ ਦਾ ਬੰਧਨ ਜਿਹੜਾ ਇਹ ਸਾਰਿਆਂ ਤੋਂ ਵੱਡਾ ਹੈ। ਕਿਸੇ ਦੁਨਿਆਵੀ ਬਿਮਾਰੀ ਦੀ ਜਕੜ ਵਿੱਚ ਬੰਦਾ ਆ ਜਾਵੇ, ਕੋਈ ਦਵਾਈ ਲਵੇਗਾ ਛੇਤੀ ਠੀਕ ਹੋ ਜਾਂਦਾ ਹੈ, ਪਰ ਹਉਮੈ ਨੂੰ ਸਤਿਗੁਰੂ ਨੇ ਗੁਰਬਾਣੀ ਵਿੱਚ ਦੀਰਘ ਰੋਗ ਆਖਿਆ। ਹਉਮੈ ਦੀਰਘ ਰੋਗ ਹੈ, ਦਾਰੂ ਭੀਏ ਸਮਾਹੇ। ਦਵਾਈ ਵੀ ਹੈ ਇਹਦੀ, ਕਹਿੰਦੇ ਇਹ ਨਹੀਂ ਇਲਾਜ ਨਹੀਂ ਹੈ ਬਿਮਾਰੀ ਇਹ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜੇ ਸਤਿਗੁਰੂ ਕਿਰਪਾ ਕਰ ਦੇਵੇ, ਗੁਰੂ ਕਾ ਸਿੱਖ ਗੁਰੂ ਸ਼ਬਦ ਦੀ ਕਮਾਈ ਕਰਨ ਲੱਗ ਪਵੇ, ਹਉਮੈ ਦਾ ਰੋਗ ਕੱਟਿਆ ਜਾਂਦਾ। ਇਹ ਇਲਾਜ ਨਹੀਂ ਹੈ, ਕਿਉਰੇਬਲ ਹੈ, ਜੜ ਤੋਂ ਖਤਮ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਨੇ ਇਹ ਹਉਮੈ ਦੇ ਰੋਗ ਦੀਆਂ ਜਿਹੜੀਆਂ ਜੜ੍ਹਾਂ ਕੱਟਣ ਵਾਲਾ ਵਾਹਿਗੁਰੂ ਦਾ ਮੰਤਰ ਹੈ, ਹਰ ਪ੍ਰਕਾਰ ਦੀ ਮੁਕਤੀ ਦੇਣ ਵਾਲਾ ਮੰਤਰ ਇਹਨਾਂ ਨੂੰ ਦ੍ਰਿੜ ਕਰਵਾ ਦਿੱਤਾ। ਇਹ ਰੁਸਤਮ ਰਾਏ ਤੇ ਬਾਲਾ ਰਾਓ ਦੋਵੇਂ ਦਿਨ ਰਾਤ ਸੁੱਖਾਂ ਦੀ ਰਾਤ, ਸੁੱਖਾਂ ਦਾ ਖਜ਼ਾਨਾ ਜਿਹੜਾ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਲੱਗ ਪਏ। ਪ੍ਰੇਮ ਮਨ ਮੈਂ ਉਪਜਾਇਓ। ਮਨ ਦੇ ਵਿੱਚ ਬਹੁਤ ਪ੍ਰੇਮ ਇਹਨਾਂ ਦੇ ਪੈਦਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਨਿਤਾ ਪ੍ਰਤੀ ਜਪਦੇ ਆ, ਸਤਿਗੁਰੂ ਪ੍ਰਤੀ ਸ਼ਰਧਾ ਭਾਵਨਾ ਪ੍ਰੇਮ ਪੈਦਾ ਹੋ ਗਿਆ। ਨਿਸ ਦਿਨ ਗੁਰ ਮੈਂ ਧਿਆਨ ਲਗਾਇਓ। ਦਿਨ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੀ ਰੱਖਦੇ ਹਨ। ਅਰਧ ਰਾਤ ਸਿਮਰਤ ਉਰਜ ਬੈ। ਸਿਮਰਨ ਕਰਦਿਆਂ ਕਰਦਿਆਂ ਇੱਕ ਦਿਨ ਅੱਧੀ ਰਾਤ ਨੂੰ ਜਦੋਂ ਇਹ ਬਾਲਾ ਰਾਓ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕਰ ਰਿਹਾ ਸੀ, ਪ੍ਰਗਟੇ ਸ੍ਰੀ ਗੋਬਿੰਦ ਸਿੰਘ ਤਬੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸੱਚਖੰਡ ਪਿਆਨਾ ਕਰਨ ਤੋਂ ਬਹੁਤ ਸਮਾਂ ਬਾਅਦ ਪ੍ਰਤੱਖ ਰੂਪ ਵਿੱਚ ਇਹ ਸਤਾਰੇ ਦੁਰਗ ਦੇ ਵਿੱਚ, ਸਤਾਰੇ ਦੇ ਕਿਲੇ ਵਿੱਚ ਕੈਦ ਦੇ ਵਿੱਚ ਇਹਨਾਂ ਦੇ ਸਾਹਮਣੇ ਪ੍ਰਗਟ ਹੋ ਗਏ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਭ ਥਾਈਂ ਹੋਏ ਸਹਾਏ। ਇਹਨਾਂ ਦੀ ਸਹਾਇਤਾ ਕਰਨ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਪ੍ਰਗਟ ਹੋ ਕੇ ਸਾਹਮਣੇ ਆ ਕੇ ਪ੍ਰਤੱਖ ਦਰਸ਼ਨ ਦੇ ਦਿੱਤੇ। ਸ਼ਬਦ ਤਰੰਗਮ ਕੋ ਸੁਨ ਪਾਇਓ। ਜਦੋਂ ਸਾਧ ਸੰਗਤ ਜੀ ਘੋੜੇ ਦਾ ਸ਼ਬਦ ਸੁਣਿਆ, ਘੋੜੇ ਦੀ ਆਵਾਜ਼, ਟਾਪਾਂ ਦੀ ਆਵਾਜ਼ ਸੁਣੀ, ਉਠਿਓ ਰਾਏ ਤਿਤ ਨੈਣ ਲਗਾਇਓ। ਇਹ ਜਿਹੜਾ ਬਾਲਾ ਰਾਏ ਸੀ ਇਹ ਉੱਠਿਆ ਤੇ ਉਧਰ ਨੂੰ ਨੈਣ ਲਾਏ, ਉਧਰ ਨੂੰ ਅੱਖਾਂ ਲਾਈਆਂ, ਉਧਰ ਨੂੰ ਦੇਖਣ ਲੱਗ ਪਿਆ। ਬਿਸਮਤ ਬੁਝਿਓ ਕਉ ਤੁਮ ਕੌਣ। ਬੜਾ ਹੈਰਾਨ ਜਾ ਹੋ ਕੇ ਪੁੱਛਣ ਲੱਗਿਆ, ਜੀ ਤੁਸੀਂ ਕੌਣ ਹੋ? ਸ੍ਰੀ ਪ੍ਰਭ ਕਨੈ ਅਰਾਧੈ ਜਾਉਨ। ਸਤਿਗੁਰੂ ਪਾਤਸ਼ਾਹ ਕਹਿੰਦੇ ਅਰਾਧਾ ਜਾਉਨ, ਕਹਿੰਦੇ ਜਿਹਨੂੰ ਆਰਾਧਨ ਕਰਦਾ, ਜਿਹਨੂੰ ਚੇਤੇ ਕਰਦਾ ਮੈਂ ਉਹੀ ਹਾਂ। ਤੋ ਪਹੁੰਚਿਓ ਤਵ ਕਰਨ ਸਹਾਈ। ਕਹਿੰਦੇ ਮੈਂ ਪਹੁੰਚ ਗਿਆ ਹਾਂ ਤੁਹਾਡੀ ਸਹਾਇਤਾ ਕਰਨ ਵਾਸਤੇ। ਉਠੋ ਅਬੈ ਨੇ ਬਿਲਮ ਲਗਾਈ। ਬਾਲਾ ਰਾਏ ਜਲਦੀ ਉੱਠ ਖੜ, ਹੁਣ ਦੇਰੀ ਨਾ ਲਾ। ਸ੍ਰੀ ਗੁਰ ਮੋਏ ਪਗੋ ਮੈਂ ਬੇਰੀ। ਕਹਿੰਦਾ ਮਹਾਰਾਜ ਉੱਠ ਨਹੀਂ ਸਕਦਾ, ਮੇਰੇ ਤਾਂ ਪੈਰਾਂ ਵਿੱਚ ਬੇੜੀਆਂ ਪਾਈਆਂ ਹੋਈਆਂ ਹਨ। ਇਸੇ ਤਰ੍ਹਾਂ ਅਨੁਜ ਮੇਰੀ ਅੰਮਾ ਜਾਇਆ, ਮੇਰਾ ਛੋਟਾ ਭਰਾ, ਉਹ ਆ ਮੇਰੇ ਕੋਲ ਸੁੱਤਾ ਪਿਆ, ਇਹਦੇ ਵੀ ਪੈਰਾਂ ਵਿੱਚ ਬੇੜੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਾਲਾ ਰਾਏ ਆਪਣੇ ਭਰਾ ਨੂੰ ਵੀ ਜਗਾ ਲੈ, ਕਿਤੇ ਇਹਦਾ ਸੰਗ ਨਾ ਛੁੱਟ ਜਾਵੇ, ਇਹ ਇੱਥੇ ਨਾ ਰਹਿ ਜਾਵੇ। ਮੈਂ ਤੁਹਾਨੂੰ ਮੁਕਤ ਕਰਾਉਣ ਵਾਸਤੇ ਆਇਆ ਹਾਂ, ਇਹਨੂੰ ਵੀ ਛੇਤੀ ਨਾਲ ਜਗਾ ਲੈ। ਵਾਹਿਗੁਰੂ ਕਉ ਮੇਰੀ ਟੁੱਟੈ। ਮਹਾਰਾਜ ਪੈੜਾਂ ਵਿੱਚ ਬੇੜੀਆਂ, ਹੱਥਾਂ ਵਿੱਚ ਹੱਥ ਕੜੀਆਂ, ਕਿਵੇਂ ਉਠਾਵਾਂ, ਕਿਵੇਂ ਉੱਠਾਂ, ਮੈਂ ਕਿਵੇਂ ਖੜਾ ਹੋਵਾਂ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਕਹੋ, ਬੇੜੀਆਂ ਟੁੱਟ ਜਾਣਗੀਆਂ। ਸਤਿਗੁਰੂ ਜੀ ਤੋਂ ਬਚਨ ਸੁਣ ਕੇ ਆਪਣੇ ਭਰਾ ਨੂੰ, ਰੁਸਤਮ ਰਾਓ ਨੂੰ ਜਗਾ ਲਿਆ। ਸੰਗਲ ਟੁੱਟੇ ਨਾਮ ਧਿਆਇਓ। ਜਦੋਂ ਵਾਹਿਗੁਰੂ ਦਾ ਨਾਮ ਧਿਆਇਆ, ਵਾਹਿਗੁਰੂ ਆਖਿਆ ਨਾ, ਇਹਨਾਂ ਨੇ ਸਤਿਗੁਰੂ ਦਾ ਬਚਨ ਮੰਨ ਕੇ ਸਾਧ ਸੰਗਤ ਜੀ ਇਹਨਾਂ ਦੇ ਪਾਏ ਹੋਏ ਜਿਹੜੇ ਸੰਗਲ ਸੀ ਉਸੇ ਵੇਲੇ ਟੁੱਟ ਗਏ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਾਟੀ ਬੇੜੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ।
ਸਤਿਗੁਰ ਸੱਚੇ ਪਾਤਸ਼ਾਹ ਨੇ ਬੰਦ ਖਲਾਸੀ ਕਰਾ ਦਿੱਤੀ। ਜਿਹੜੀਆਂ ਬੇੜੀਆਂ ਲੱਗੀਆਂ ਹੋਈਆਂ ਸੀ, ਪੈਰਾਂ ਨੂੰ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਸੀ, ਉਹ ਸੰਗਲ ਉਸੇ ਵੇਲੇ ਟੁੱਟ ਗਏ। ਦੋਨੇ ਉੱਠੇ, ਭੱਜ ਕੇ ਸਤਿਗੁਰੂ ਜੀ ਦੇ ਚਰਨ ਫੜ ਲਏ ਦੋਵਾਂ ਨੇ। ਧੰਨ ਹੋ ਸਤਿਗੁਰੂ ਸੱਚੇ ਪਾਤਸ਼ਾਹ, ਸਾਨੂੰ ਤੁਸੀਂ ਨਿਹਾਲ ਕਰ ਦਿੱਤਾ। ਸਤਿਗੁਰੂ ਨੇ ਉਸ ਵੇਲੇ ਬਚਨ ਕੀਤੇ, ਕਹਿੰਦੇ ਭਾਈ ਜਿਹੜੇ ਮੇਰੀ ਸਿੱਖਿਆ ਉੱਤੇ ਚੱਲਣ ਵਾਲੇ ਸਿੱਖ ਹਨ, ਉਹ ਸਤਿਗੁਰੂ ਨੂੰ, ਵਾਹਿਗੁਰੂ ਨੂੰ ਸਵੇਰੇ ਸ਼ਾਮ ਹਮੇਸ਼ਾ ਚੇਤੇ ਰੱਖਦੇ ਹਨ। ਆ ਬੰਦਿਆਂ ਤੋਂ, ਦੁਨੀਆ ਦੇ ਲੋਕਾਂ ਤੋਂ ਬਚਾਉਣ ਦੀ ਕਿਹੜੀ ਕਹਾਣੀ ਹੈ। ਮੈਂ ਤਾਂ ਆਪਣੇ ਸਿੱਖਾਂ ਨੂੰ ਜਵਾਂ ਦੇ ਕੋਲੋਂ ਵੀ ਹੱਥ ਦੇ ਕੇ ਰੱਖਦਾ ਹਾਂ। ਸਤਿਗੁਰੂ ਜੀ ਘੋੜੇ ਉੱਤੇ ਸਵਾਰ ਹੈ। ਕਹਿਣ ਲੱਗੇ ਹੁਣ ਤੁਸੀਂ ਆ ਘੋੜੇ ਦੇ ਦੋਵੇਂ ਪਾਸੇ ਆ ਕੇ ਖੜੇ ਹੋ ਜਾਓ। ਕਹਿੰਦੇ ਜਿਹੜੀਆਂ ਰਕਾਬਾਂ ਦੇ ਚਮੜੇ ਦੇ ਤਸਮੇ ਆ ਨਾ, ਇਹਨਾਂ ਨੂੰ ਚੰਗੀ ਤਰ੍ਹਾਂ ਘੁੱਟ ਕੇ ਫੜ ਲਓ। ਤੇ ਆਪਾਂ ਬਾਕੀ ਭਾਈ ਚੁੱਪ ਕਰਕੇ ਨਹੀਂ ਜਾਣਾ। ਜਿਹੜੇ ਚੌਕੀਦਾਰ ਪਹਿਰੇਦਾਰ ਹੈ ਉਹਨਾਂ ਨੂੰ ਵੀ ਆਵਾਜ਼ ਮਾਰ ਕੇ ਉਠਾ ਦਿਓ, ਜਗਾ ਦਿਓ। ਇਹਨਾਂ ਨੂੰ ਉੱਚੀ ਆਵਾਜ਼ ਦੇ ਕੇ ਆਖੋ ਜੇ ਸਾਨੂੰ ਘੇਰ ਸਕਦੇ ਹੋ ਤਾਂ ਘੇਰ ਲਓ, ਅਸੀਂ ਚੱਲੇ ਹਾਂ ਗੁਰੂ ਸਾਹਿਬ ਦੇ ਨਾਲ। ਇਹਨਾਂ ਦੋਵਾਂ ਨੇ ਭੱਜ ਕੇ ਦੋਵੇਂ ਪਾਸੇ ਦੀਆਂ ਜਿਹੜੀਆਂ ਰਕਾਬਾਂ ਸੀ, ਤਸਮੇ ਸਨ ਰਕਾਬਾਂ ਦੇ, ਉਹਨਾਂ ਨੂੰ ਘੁੱਟ ਕੇ ਫੜ ਲਿਆ ਦੋਵੇਂ ਭਰਾਵਾਂ ਨੇ। ਉੱਚੀ ਆਵਾਜ਼ ਵਿੱਚ ਆਖਿਆ ਕਿ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਡੇ ਸਹਾਇਕ ਹੋ ਗਏ ਹਨ। ਕਹਿਣ ਲੱਗਾ ਪਹਿਰੇਦਾਰੋ, ਸਿਪਾਹੀਓ, ਜੇ ਤੁਹਾਡੇ ਵਿੱਚ ਬਲ ਹੈ, ਜ਼ੋਰ ਹੈ, ਤਾਕਤ ਹੈ, ਹਿੰਮਤ ਹੈ ਤਾਂ ਆ ਕੇ ਸਾਨੂੰ ਘੇਰ ਲਵੋ, ਨਹੀਂ ਤਾਂ ਫਿਰ ਸਤਿਗੁਰੂ ਦੀ ਕਿਰਪਾ ਨਾਲ ਅਸੀਂ ਆਪਣੇ ਟਿਕਾਣੇ ਪਹੁੰਚ ਜਾਵਾਂਗੇ। ਉਸ ਵੇਲੇ ਆ ਉੱਚੀ ਆਵਾਜ਼ ਸੁਣ ਕੇ ਜਿਹੜੇ ਪਹਿਰੇਦਾਰ ਸਿਪਾਹੀ ਸਨ ਸਾਰੇ ਜਾਗ ਪਏ। ਉੱਠ ਕੇ ਘੇਰਾ ਪਾ ਲਿਆ, ਫੜਨ ਵਾਸਤੇ ਆਏ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜੇ ਨੂੰ ਪ੍ਰੇਰਨਾ ਕੀਤੀ, ਘੋੜੇ ਨੂੰ ਛੇੜਿਆ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਘੋੜਾ ਆਕਾਸ਼ ਦੇ ਵਿੱਚ ਇਉਂ ਉੱਡ ਗਿਆ ਜਿਵੇਂ ਖੰਭਾਂ ਵਾਲਾ ਕੋਈ ਪੰਛੀ ਉੱਡਦਾ ਹੁੰਦਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰੇ ਦੇਖਦੇ ਹੀ ਰਹਿ ਗਏ। ਉਹ ਚਲੇ ਗਏ ਸਤਿਗੁਰੂ ਸੱਚੇ ਪਾਤਸ਼ਾਹ, ਰਾਜਿਆਂ ਨੂੰ ਲੈ ਕੇ ਉੱਡ ਗਏ। ਸਾਰੇ ਬੜੇ ਹੈਰਾਨ। ਸਾਰਿਆਂ ਨੇ ਦੇਖਿਆ ਸਤਿਗੁਰੂ ਸੱਚੇ ਪਾਤਸ਼ਾਹ। ਇੱਕ ਦੂਜੇ ਨੂੰ ਪੁੱਛਦੇ ਆ ਕੌਣ ਆਇਆ ਸੀ, ਕੌਣ ਆਇਆ ਸੀ। ਸਾਰੇ ਇੱਕ ਦੂਜੇ ਨੂੰ ਕਹਿੰਦੇ ਐ ਇਹ ਤਾਂ ਕੋਈ ਨਿਰੰਜਨੀ ਜੋਤ ਆਈ ਸੀ ਜਿਹੜੀ ਰਾਜਿਆਂ ਨੂੰ ਲੈ ਕੇ ਉੱਡ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦੇ ਵਿੱਚ ਆਓ ਆਪਾਂ ਇੱਕ ਸਤਿਗੁਰੂ ਦੀ ਮਹਿਮਾ ਵਿੱਚ ਧਾਰਨਾ ਰੂਪ ਵਿੱਚ ਵੀ ਪੜ੍ਹ ਲਈਏ, ਫਿਰ ਆਪਾਂ ਅੱਗੇ ਕਥਾ ਸ਼ੁਰੂ ਕਰਦੇ ਹਾਂ। ਕੀ ਕਹਿੰਦੇ ਨੇ ਸਾਰੇ ਲੋਕ? ਇੱਕ ਜੋਤ ਨਿਰੰਜਣੀ ਆਈ, ਰਾਜਿਆਂ ਨੂੰ ਲੈ ਕੇ ਉੱਡ ਗਈ। ਇੱਕ ਜੋਤ ਨਿਰੰਜਨੀ ਆਈ, ਰਾਜਿਆਂ ਨੂੰ ਲੈ ਕੇ ਉੱਡ ਗਈ। ਇੱਕ ਜੋਤ ਨਿਰੰਜਨੀ ਆਈ, ਰਾਜਿਆਂ ਨੂੰ ਲੈ ਕੇ ਉੱਡ ਗਈ। ਇੱਕ ਜੋਤ ਨਿਰੰਜਨੀ ਆਈ, ਰਾਜਿਆਂ ਨੂੰ ਲੈ ਕੇ ਉੱਡ ਗਈ। ਇੱਕ ਜੋਤ ਨਿਰੰਜਨੀ ਆਈ, ਰਾਜਿਆਂ ਨੂੰ ਲੈ ਕੇ ਉੱਡ ਗਈ। ਇੱਕ ਜੋਤ ਨਿਰੰਜਨੀ ਆਈ, ਰਾਜਿਆਂ ਨੂੰ ਲੈ ਕੇ ਉੱਡ ਗਈ। ਸਾਰੇ ਬੜੇ ਹੈਰਾਨ ਹੈ। ਕਹਿੰਦੇ ਜੀ ਪਤਾ ਨਹੀਂ ਲੱਗਿਆ ਕੌਣ ਸੀ। ਇੱਕ ਆਕਾਸ਼ ਤੋਂ ਹੀ ਕੋਈ ਜੋਤ ਉਤਰੀ, ਦੋਵੇਂ ਰਾਜਿਆਂ ਨੂੰ ਲੈ ਕੇ ਉੱਡ ਗਈ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਕਾਸ਼ ਮਾਰਗ ਰਾਹੀਂ ਦੋਵੇਂ ਰਾਜਿਆਂ ਨੂੰ ਲੈ ਉੱਡੇ ਉੱਥੋਂ। ਔਰ ਇੱਥੋਂ 12 ਕੋ ਦੂਰ ਬੰਧਿਆਚਲ ਪਰਬਤ ਵਾਲੇ ਪਾਸੇ ਚਲੇ ਗਏ। ਔਰ ਇੱਥੇ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਰਾਜਿਆਂ ਨੂੰ ਕਹਿਣ ਲੱਗੇ, ਦਰਸ਼ਨ ਕੋ ਹਟ ਨ ਕਰੀਏ।
ਕਹਿਣ ਲੱਗੇ ਭਾਈ ਸਾਡੇ ਆ ਸਰੂਪ ਦੇ ਦਰਸ਼ਨਾਂ ਕਰਨ ਵਾਸਤੇ ਅੱਜ ਤੋਂ ਬਾਅਦ ਹੱਠ ਨਾ ਕਰਿਓ, ਜਿੱਦ ਨਾ ਕਰਿਓ ਵੀ ਸਾਡੇ ਇਸੇ ਸਰੂਪ ਦੇ ਤੁਹਾਨੂੰ ਦਰਸ਼ਨ ਹੋਣ। ਅਵਚਲ ਨਗਰ ਸੁਧਾਰਨ ਕਰੀਐ। ਕਹਿੰਦੇ ਮਹਾਰਾਜ ਫਿਰ ਅਸੀਂ ਜਿਹੜੀ ਆਪਣੀ ਭਾਵਨਾ ਹੈ, ਸ਼ਰਧਾ ਹੈ, ਕਿਵੇਂ ਪੂਰੀ ਕਰੀਏ? ਜੋ ਅਸੀਂ ਭੇਟਾ ਕਰਨਾ ਚਾਹੁੰਦੇ ਹਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਕਿਵੇਂ ਕਰੀਏ? ਆਪ ਜੀ ਦੇ ਦਰਸ਼ਨ ਨਹੀਂ ਹੋਣਗੇ ਤਾਂ ਅਸੀਂ ਭੇਟਾ ਕਿਸ ਨੂੰ ਦੇਵਾਂਗੇ? ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਭਾਈ ਜਾ ਕੇ ਅਬਚਲ ਨਗਰ ਨੰਦੇੜ ਸਾਹਿਬ, ਜਿਹੜਾ ਸਾਡਾ ਤਪ ਅਸਥਾਨ ਹੈ ਸਤਜੁਗ ਵੇਲੇ ਦਾ, ਔਰ ਜਿੱਥੇ ਅਸੀਂ ਇਸ ਜਾਮੇ ਦੇ ਵਿੱਚ ਵੀ ਕਾਫੀ ਸਮਾਂ ਪਹਿਲਾਂ ਜੋਤ ਵਰਤਾ ਕੇ ਕੌਤਕ ਵਰਤਾ ਚੁੱਕੇ ਹਾਂ, ਉਸ ਅਸਥਾਨ ਦੇ ਉੱਤੇ ਜਾਓ। ਉਸ ਅਸਥਾਨ ਦੇ ਉੱਤੇ ਸਾਡੇ ਸਿੰਘ ਤੁਹਾਨੂੰ ਮਿਲਣਗੇ। ਉਹਨਾਂ ਨੂੰ ਮਿਲ ਕੇ ਜੋ ਤੁਹਾਡੇ ਮਨ ਦੀ ਭਾਵਨਾ ਹੈ, ਸੇਵਾ ਕਰਨੀ ਚਾਹੁੰਦੇ ਹੋ, ਗੁਰੂ ਕੇ ਲੰਗਰਾਂ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ, ਤਾਂ ਉਸ ਜਗ੍ਹਾ ਦੇ ਉੱਤੇ ਜਾ ਕੇ ਤੁਸੀਂ ਆਪਣੀ ਇਹ ਭਾਵਨਾ ਪੂਰੀ ਕਰ ਸਕਦੇ ਹੋ। ਪਰ ਸਾਡਾ ਜਿਹੜਾ ਆ ਸਰੂਪ ਤੁਹਾਨੂੰ ਦਿਖਾਈ ਦੇ ਰਿਹਾ, ਦਰਸ਼ਨ ਹੋ ਰਹੇ ਹਨ, ਇਸ ਸਰੂਪ ਦੇ ਤੁਸੀਂ ਅੱਜ ਤੋਂ ਬਾਅਦ ਹੱਠ ਨਹੀਂ ਕਰਨੀ ਦਰਸ਼ਨ ਕਰਨ ਵਾਸਤੇ ਕਿ ਸਾਨੂੰ ਇਸੇ ਸਰੂਪ ਦੇ ਦੀਦਾਰ ਹੋਣ। ਸਗੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਭਾਈ ਸਾਡੇ ਇਸ ਸਰੂਪ ਦੇ ਦਰਸ਼ਨ ਕਰਨ ਵਾਸਤੇ ਹੱਠ ਨਹੀਂ ਕਰਨਾ, ਸਗੋਂ ਸਾਡੇ ਅਬਚਲ ਨਗਰ ਨੰਦੇੜ ਹਜੂਰ ਸਾਹਿਬ ਵਾਲੇ ਅਸਥਾਨ ਉੱਤੇ ਜਾਇਓ। ਜੋ ਭੇਟਾ ਕਰਨਾ ਚਾਹੁੰਦੇ ਹੋ, ਜੋ ਤੁਹਾਡੀ ਭਾਵਨਾ ਹੈ, ਉੱਥੇ ਜਾ ਕੇ ਅਰਪਣ ਕਰੋ। ਉੱਥੇ ਸਾਡੇ ਜਿਹੜੇ 5 ਸਿੰਘ ਤਿਆਰ ਬਰ ਤਿਆਰ, ਰਹਿਤ ਵਿੱਚ ਤਿਆਰ ਬਰ ਤਿਆਰ ਤੁਹਾਨੂੰ ਮਿਲਣਗੇ 5 ਪਿਆਰੇ। ਕਹਿੰਦੇ ਉਹਨਾਂ ਉੱਤੇ ਸ਼ਰਧਾ ਧਾਰਨ ਕਰਨੀ ਹੈ ਕਿ ਉਹ ਮੇਰਾ ਹੀ ਸਰੂਪ ਹਨ। ਸਿੰਘ ਪੰਚਨ ਮੈਂ ਮੇਰੋ ਵਾਸਾ, ਰਹਿਤ ਸਹਿਤ ਜੈ ਪੰਚੋ ਮਿਲੇ, ਮਮ ਸਰੂਪ ਤੇ ਜਾਨੋ ਭਲੇ। ਜਿੱਥੇ 5 ਪਿਆਰੇ ਰਹਿਤ ਬਹਿਤ ਵਿੱਚ ਪ੍ਰਪੱਕ ਮਿਲਣ, ਕਲਗੀਧਰ ਸੱਚੇ ਪਾਤਸ਼ਾਹ ਦੇ ਬਚਨ ਹਨ, ਉਹਨਾਂ ਨੂੰ ਮੇਰਾ ਹੀ ਸਰੂਪ ਜਾਣਨਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਉੱਥੇ ਜਾ ਕੇ ਆਪਣੀ ਜਿਹੜੀ ਭਾਵਨਾ ਹੈ ਉਹ ਪੂਰੀ ਕਰੋ। ਉੱਥੇ ਜਾ ਕੇ ਦਰਸ਼ਨ ਦੀਦਾਰੇ ਕਰੋ, ਅਸਥਾਨ ਦੇ ਪੂਜਾ ਕਰੋ। ਇਉਂ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਅੰਤਰ ਧਿਆਨ ਹੋ ਗਏ, ਅਲੋਪ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜੇ ਸੁਗੜ ਸੁਜਾਨ ਸਤਿਗੁਰੂ ਸੱਚੇ ਪਾਤਸ਼ਾਹ ਹਨ। ਬਨੇ ਸਹਾਇਕ ਬੰਦ ਖਲਾਸੀ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਸਹਾਇਕ ਬਣੇ। ਰੁਸਤਮ ਰਾਓ ਅਤੇ ਬਾਲਾ ਰਾਓ ਦੀ ਮੁਕਤੀ ਕਰਵਾਈ ਸਤਿਗੁਰੂ ਜੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਆਪਣੇ ਦਾਸਾਂ ਦੀ ਫਾਹੀ ਕੱਟਣ ਵਾਲੇ, ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਕਰਾਉਣ ਵਾਲੇ, ਜਮਾਂ ਦੇ ਵੀ ਫਾਹੀਆਂ ਤੋਂ ਸਤਿਗੁਰੂ ਜੀ ਬਚਾਉਣ ਵਾਲੇ ਹਨ। ਦੋਹਰਾ ਬਾਲੇ ਰਾਏ ਵਿਚਾਰ ਕੈ। ਇੱਧਰ ਬਾਲਾ ਰਾਏ ਨੇ ਵਿਚਾਰ ਕਰਕੇ ਲੈ ਸੰਗ ਰੁਸਤਮ ਰਾਏ ਅਤੇ ਆਪਣੇ ਭਰਾ ਰੁਸਤਮ ਰਾਏ ਨੂੰ ਨਾਲ ਲੈ ਲਿਆ। ਆਪਣੇ ਸਦਨ ਮੈਂ ਇਹ ਆਪਣੇ ਘਰ ਪਹੁੰਚ ਗਏ ਜਨਵਾੜਾ ਨਗਰ ਦੇ ਵਿੱਚ। ਘਰੋਂ ਇਹਨਾਂ ਨੇ, ਕਿਉਂਕਿ ਕਿਲ੍ਹਾ ਤਾਂ ਇਹਨਾਂ ਦਾ ਉਜਾੜ ਦਿੱਤਾ ਗਿਆ ਸੀ ਜਿੱਥੋਂ ਗ੍ਰਿਫਤਾਰ ਕੀਤੇ ਸਨ, ਆਪਣੇ ਘਰ ਗਏ। ਘਰ ਵਿੱਚ ਧਨ ਪਦਾਰਥ ਜੋ ਹੈ ਸੀ ਉਹ ਇਹਨਾਂ ਨੇ ਨਾਲ ਲੈ ਲਿਆ। ਇਉਂ ਬੜੇ ਖੁਸ਼ੀ ਦੇ ਸਹਿਤ ਅਬਚਲ ਨਗਰ ਹਜੂਰ ਸਾਹਿਬ ਪਹੁੰਚੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਗਮਨ ਦੇ ਉਸ ਅਸਥਾਨ ਦੇ ਉੱਤੇ ਖੁਸ਼ੀ ਸਹਿਤ ਦਰਸ਼ਨ ਕੀਤੇ, ਸੀਸ ਨਵਾਇਆ। ਉੱਥੇ ਜਿਹੜੀ ਇਹਨਾਂ ਦੇ ਕੋਲੇ ਥਾਤੀ ਥੈਲੀ ਸੀ ਧਨ ਵਾਲੀ, ਕਿਉਂਕਿ ਪੁਰਾਣੇ ਸਮੇਂ ਵਿੱਚ ਆ ਜਿਹੜੇ ਪੇਪਰ ਵਾਲੀ ਕਰੰਸੀ ਨਹੀਂ ਹੁੰਦੀ ਸੀ, ਨੋਟ ਨਹੀਂ ਹੁੰਦੇ ਸੀ ਉਸ ਵੇਲੇ, ਜਾਂ ਚਾਂਦੀ ਦੇ ਰੁਪਈਏ ਚੱਲਦੇ ਜਾਂ ਸੋਨੇ ਦੀਆਂ ਮੋਹਰਾਂ ਚੱਲਦੀਆਂ। ਸੋ ਜੋ ਇਹਨਾਂ ਕੋਲੇ ਧਨ ਪਦਾਰਥ ਸੀ, ਸੋਨੇ ਦੀਆਂ ਮੋਹਰਾਂ, ਰੁਪਈਏ, ਚਾਂਦੀ ਦੇ, ਉਹ ਥੈਲੀ ਜਾ ਕੇ ਭੇਟ ਕੀਤੀ। ਤੇ ਉਸ ਅਸਥਾਨ ਦੇ ਉੱਤੇ ਜਿਹੜਾ ਸੇਵਾਦਾਰ ਭਾਈ ਸੰਤੋਖ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਨੇ ਛੱਡਿਆ ਸੀ ਨਾ ਕਿ ਬਾਅਦ ਵਿੱਚ ਇੱਥੇ ਗੁਰੂ ਕੇ ਲੰਗਰਾਂ ਦੀ ਸੇਵਾ ਚਲਾਉਣੀ ਹੈ, ਅਸਥਾਨ ਦੀ ਸੇਵਾ ਸੰਭਾਲ ਕਰਨੀ ਆ, ਸੋ ਉਸ ਨੂੰ ਜਾ ਕੇ ਸਾਰੀ ਗੱਲਬਾਤ, ਸਾਰੀ ਵਾਰਤਾ ਦੱਸੀ ਇਹਨਾਂ ਰਾਜਿਆਂ ਨੇ।
ਉਹ ਸਿੰਘ ਨੇ ਉੱਠ ਕੇ ਇਹਨਾਂ ਦੀ ਅਰਦਾਸ ਸਤਿਗੁਰੂ ਜੀ ਅੱਗੇ ਕੀਤੀ। ਧੰਨ ਪ੍ਰਭੂ ਸਗਲੇ ਥਲ ਜਾਗੀ। ਆਖਿਆ ਧੰਨ ਹੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਰਮੇਸ਼ਰ ਸਰੂਪ, ਜਿਹੜੇ ਆਪ ਜੀ ਸਾਰੀਆਂ ਜਗ੍ਹਾ ਦੇ ਉੱਤੇ ਹੀ ਵਿਆਪਕ ਹੋ। ਸਿਮਰੇ ਹਾਜ਼ਰ ਵੈ ਜੈ ਕਹਾਂ। ਜਿੱਥੇ ਵੀ ਤੁਹਾਨੂੰ ਕੋਈ ਹਾਜ਼ਰ ਨਾਜ਼ਰ ਜਾਣ ਕੇ ਚੇਤੇ ਕਰਦਾ ਹੈ, ਸਿਮਰਨ ਕਰਦਾ ਹੈ, ਆਪਣੀ ਪੈਜ ਰਾਖਤੇ ਮਹਾਨ। ਉੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮਹਾਨ ਆਪਣੀ ਪੈਜ ਨਾਮ ਪ੍ਰਣ ਦਾ ਹੈ, ਉੱਥੇ ਹੀ ਆਪਣਾ ਪ੍ਰਣ ਪੂਰਾ ਕਰਦੇ ਹੋ। ਕੀ ਪ੍ਰਣ ਹੈ ਸਤਿਗੁਰੂ ਦਾ? ਉਹ ਪਤਿਤ ਪਾਵਨ ਹਨ, ਭਗਤ ਵਸ਼ਲ ਹਨ। ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੈ, ਭਗਤਾਂ ਦੀ ਲੱਜਿਆ ਰੱਖਣ ਵਾਲੇ, ਪੈਜ ਰੱਖਣ ਵਾਲੇ ਹਨ। ਕਿੰਨੀ ਕੜਾਹ ਪ੍ਰਸ਼ਾਦ ਦੀ ਦੇਗ ਇਹਨਾਂ ਨੇ ਕਰਾ ਕੇ ਉੱਥੇ ਵਰਤਾਈ। ਬਾਕੀ ਜਿਹੜਾ ਧਨ ਪਦਾਰਥ ਸੀ ਇਹਨਾਂ ਵੱਲੋਂ ਮਾਇਆ ਭੇਟ ਕੀਤੀ ਗਈ, ਉਹ ਗੁਰੂ ਕੇ ਲੰਗਰਾਂ ਦੀ ਸੇਵਾ ਵਿੱਚ ਲਾ ਲਈ। ਸਾਰੇ ਇਲਾਕੇ ਵਿੱਚ, ਸਾਰੇ ਦੇਸ਼ ਦੇ ਵਿੱਚ ਇਹ ਪ੍ਰਸੰਗ ਪ੍ਰਚਲਿਤ ਹੋ ਗਿਆ। ਸਾਰੇ ਇਹ ਗੱਲ ਮਸ਼ਹੂਰ ਹੋ ਗਈ, ਪਤਾ ਲੱਗ ਗਿਆ ਕਿ ਸਤਿਗੁਰੂ ਸਾਹਿਬ ਜੀ ਨੇ ਸੱਚਖੰਡ ਗਮਨ ਕਰਨ ਤੋਂ ਬਾਅਦ ਵੀ ਜ਼ਾਹਰਾ ਤੌਰ ਦੇ ਉੱਤੇ ਪ੍ਰਗਟ ਹੋ ਕੇ ਰੁਸਤਮ ਰਾਓ ਤੇ ਬਾਲਾ ਰਾਓ ਨੂੰ ਕੈਦ ਵਿੱਚੋਂ ਰਿਹਾ ਕਰਵਾਇਆ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਇਹ ਦਰਬਾਰ ਹੈ, ਉਹ ਬਹੁਤ ਲੋਕਾਂ ਨੇ ਜਾ ਕੇ ਇੱਥੇ ਦਰਸ਼ਨ ਕੀਤੇ। ਸਤਿਗੁਰੂ ਦੀ ਮਹਿਮਾ ਸੁਣ ਕੇ ਅੱਜ ਵੀ ਜਥਾ ਸ਼ਕਤ ਸਾਰੇ ਲੋਕ ਹਜੂਰ ਸਾਹਿਬ ਜਾ ਕੇ ਭੇਟਾ ਚੜਾਉਂਦੇ ਹਨ, ਦਰਸ਼ਨ ਕਰਦੇ ਹਨ। ਜਿਹੜੀ ਵੀ ਕਾਮਨਾ ਕਰਦੇ ਆ, ਇੱਛਾ ਰੱਖਦੇ ਆ ਮਨ ਦੇ ਵਿੱਚ, ਹਰ ਪ੍ਰਕਾਰ ਦੀ ਇੱਛਾ ਪੂਰੀ ਕਰ ਲੈਂਦੇ ਹਨ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੰਘ ਬਚਨ ਮੰਨ ਕੇ ਉੱਥੋਂ ਪੰਜਾਬ ਨੂੰ ਆ ਗਏ ਸਨ। ਉਹ ਸਾਰੇ ਸਿੰਘ ਦਿੱਲੀਪੁਰ ਮੈਂ ਸੋ ਪ੍ਰਵਿਸ਼ਾਏ, ਉਹਨਾਂ ਨੇ ਦਿੱਲੀਪੁਰੀ ਵਿੱਚ ਆ ਕੇ ਪ੍ਰਵੇਸ਼ ਕੀਤਾ। ਦਿੱਲੀ ਨਗਰ ਦੇ ਵਿੱਚ ਆਏ ਹੈ, ਜਿੱਥੇ ਸਤਿਗੁਰੂ ਸਾਹਿਬ ਜੀ ਦੀਆਂ ਸੁਪਤਨੀਆਂ, ਸਤਿਗੁਰੂ ਸਾਹਿਬ ਜੀ ਦੇ ਮਹਿਲ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਖਾਲਸੇ ਦੇ ਮਾਤਾ, ਸੋ ਦੋਵੇਂ ਮਾਤਾਵਾਂ ਉੱਥੇ ਸਤਿਗੁਰੂ ਦਾ ਹੁਕਮ ਮੰਨ ਕੇ ਦਿੱਲੀ ਵਿਖੇ ਵਿਰਾਜ ਰਹੀਆਂ ਹਨ। ਸੋ ਉਹਨਾਂ ਨੂੰ ਆ ਕੇ ਜਿਵੇਂ ਗੁਰੂ ਕੇ ਸਿੱਖ ਸਤਿਗੁਰੂ ਸਾਹਿਬ ਜੀ ਦੇ ਸੱਚਖੰਡ ਪਿਆਨੇ ਦਾ ਪ੍ਰਸੰਗ ਦੱਸਣਗੇ, ਔਰ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਹਿੰਦਾ ਪ੍ਰਸੰਗ ਆਵੇਗਾ, ਉਹ ਆਪਾਂ ਅੱਗੇ ਜਿਵੇਂ ਸਤਿਗੁਰੂ ਕਿਰਪਾ ਕਰਨਗੇ ਕਥਾ ਦੇ ਵਿੱਚ, ਆਉਣ ਵਾਲੇ ਦੀਵਾਨਾਂ ਦੇ ਵਿੱਚ ਨਿਤਾ ਪ੍ਰਤੀ ਸਰਵਣ ਕਰਾਂਗੇ ਗੁਰੂ ਕਿਰਪਾ ਦੁਆਰਾ। ਅੱਜ ਦੀ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਨ। ਸਾਡੀ ਸਾਰਿਆਂ ਦੀ ਸ਼ਰਧਾ ਭਾਵਨਾ ਸਤਿਗੁਰੂ ਸਾਹਿਬ ਜੀ ਦੇ ਉੱਤੇ ਰੁਸਤਮ ਰਾਓ, ਬਾਲਾ ਰਾਓ ਵਰਗੀ ਬਣ ਆਵੇ। ਅਸੀਂ ਹਮੇਸ਼ਾ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣੀਏ, ਸਦਾ ਅੰਗ ਸੰਗੇ ਅਭੰਗੰ ਬੈਭੂਤੇ। ਜਿੱਥੇ ਜਿੱਥੇ ਵੀ ਸਤਿਗੁਰੂ ਨੂੰ ਕੋਈ ਭਾਵਨਾ ਨਾਲ ਚੇਤੇ ਕਰਦਾ ਹੈ, ਸਤਿਗੁਰੂ ਹਰ ਜਗ੍ਹਾ ਦੇ ਉੱਤੇ, ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਨੌਕਰੀ ਦੇ ਉੱਤੇ, ਖੇਤਾਂ ਦੇ ਵਿੱਚ, ਘਰਾਂ ਦੇ ਵਿੱਚ, ਗੁਰ ਅਸਥਾਨਾਂ ਦੇ ਉੱਤੇ, ਜਿੱਥੇ ਵੀ ਕੋਈ ਭਾਵਨਾ ਨਾਲ ਸਤਿਗੁਰੂ ਸਾਹਿਬ ਜੀ ਨੂੰ ਚੇਤੇ ਕਰਦਾ ਹੈ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਐਸੇ ਸਤਿਗੁਰੂ ਹਨ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਏ। ਆਓ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸਮਾਪਤੀ ਵਿੱਚ ਸ਼ਾਮਲ ਹੋਈਏ ਜੀ। ਜੋ ਪੰਜਾਬ ਦੇਸ਼ ਕੋ ਆਈ, ਦਿੱਲੀਪੁਰ ਮਹਿ ਸੋ ਪ੍ਰਵਿਸ਼ਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।